ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ? ਬੜੀ ਕਿਰਪਾ ਜੀ। ਦਿੱਲੀ ਲੈ ਚੱਲਣਾ ਤੁਹਾਨੂੰ। ਆ ਦੇਖੋ ਗੱਲ ਹੈਗੀ ਹੈ, ਸਾਰਾ ਕੁਝ ਪ੍ਰਵਾਨ ਹੈਗਾ, ਜੋ ਫੈਸਲਾ ਆਇਆ ਸੰਗਤਾਂ ਦਾ ਸਾਨੂੰ ਸਿਰ ਮੱਥੇ ਹੈਗਾ ਹੈ। ਜੀ ਜੀ ਜੀ। ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਤਰ੍ਹਾਂ ਦਾ ਸਟਾਈਲ ਨਾਲ ਉਹ ਕਹਿ ਚੁੱਕੇ, ਧੰਨਵਾਦ ਕਰ ਚੁੱਕੇ ਨੇ। ਬਾਦਲ ਦਲ ਨੂੰ ਮਿਲਿਆ ਬਹੁਮਤ, ਜੋੜ ਤੋੜ ਦੀ ਰਾਜਨੀਤੀ ਸ਼ੁਰੂ। ਹੁਣ ਜੋੜ ਤੋੜ ਦੀ ਰਾਜਨੀਤੀ ਇੱਥੇ ਕਿਵੇਂ ਸ਼ੁਰੂ ਹੋ ਸਕਦੀ ਹੈ? ਕਿਉਂਕਿ ਬਹੁਮਤ ਤਾਂ ਉਹਨਾਂ ਨੂੰ ਮਿਲ ਚੁੱਕਾ ਹੈ ਤੇ ਸਰਸਾ ਹਾਰ ਗਿਆ। ਕੀ ਲੱਗਦਾ ਜਿਹੜੀ ਦਿੱਲੀ ਕਮੇਟੀ ਦੀ ਹਮੇਸ਼ਾ ਵੀ ਕਮੇਟੀ ਬਣਦੀ ਆ ਜੀ, ਉਹਦੇ ਇੱਕ ਵੱਖਰੇ ਕਿਸਮ ਦੇ ਰਿਹਾ ਉਹ ਵੱਖਰੀ ਕਿਸਮ ਕਿਉਂ ਰਿਹਾ? ਆਮ ਤੌਰ ਤੇ ਉਹ ਵਪਾਰੀ ਬੰਦੇ ਹਨ ਤੇ ਵਪਾਰ ਦੇ ਨਾਲ ਆਪਣੀ ਜੋੜ ਤੋੜ ਦੀ ਰਾਜਨੀਤੀ ਕਰ ਲੈਂਦੇ। ਜੇ ਕਿਤੇ ਆਪਾਂ ਅੱਗੇ ਗੱਲ ਕੀਤੀ ਸੀ, ਹਰਵਿੰਦਰ ਸਿੰਘ ਸਰਨਾ 525 ਵੋਟਾਂ ਜਿੱਤ ਗਏ ਤੇ ਸਰਸੇ ਨੂੰ ਹਰਾ ਕੇ ਬੜੀ ਵੱਡੀ ਪ੍ਰਾਪਤੀ ਹੋ ਜਾਂਦੀ। ਜੇ ਕਿਤੇ ਉਹ ਆ ਜਾਂਦੇ ਤੇ ਉਹਨਾਂ ਕਹਿਣਾ ਸੀ ਪਹਿਲਾਂ ਮੈਂ ਵੱਡੇ ਸਨ ਦੋ ਵਾਰੀ ਹੋਇਆ ਤੇ ਤੀਜੀ ਵਾਰੀ ਮੈਂ ਛੋਟੇ ਨੂੰ ਹਰਾਤਾ, ਤੇ ਹੁਣ ਕਿੱਥੇ ਜਾਣਾ? ਇਹ ਉਹਨਾਂ ਦੀ ਪ੍ਰਾਪਤੀ ਹੈ। 525 ਵੋਟਾਂ ਤੇ ਉਹਨਾਂ ਨੂੰ ਹਰਾ ਦਿੱਤਾ। ਹਰਾਉਣ ਤੋਂ ਬਾਅਦ ਭਾਵੇਂ 27 ਸੀਟਾਂ ਲੈ ਗਏ, ਲੇਕਿਨ ਜਿੰਨੇ ਬੰਦੇ ਇਹਦੇ ਚੋਂ ਆਏ ਸੀ, ਅਕਾਲੀ ਦਲ ਬਾਦਲ ਚੋਂ ਸਰਨਾ ਧੜੇ ਚ ਆਏ ਸੀ, ਲਗਭਗ ਸਾਰੇ ਹੀ ਹਾਰ ਗਏ। ਲੋਕਾਂ ਨੇ ਪਸੰਦ ਨਹੀਂ ਕੀਤਾ ਉਹਨਾਂ ਨੂੰ। ਲੇਕਿਨ ਜਿਹੜੇ ਬੰਦਿਆਂ ਨੂੰ ਨਵੀਆਂ ਟਿਕਟਾਂ ਦਿੱਤੀਆਂ ਸੀ, ਬਾਦਲ ਦਲ ਨੇ ਉਹ ਜਿੱਤ ਗਏ। ਇਹਦਾ ਮਤਲਬ ਇੱਥੇ ਇੱਕ ਜਿਹੜੀ ਬਲੰਡਰ ਗਲਤੀ ਨਾਲ ਕੋਲ ਹੋਈ। ਦੂਸਰੀ ਚੀਜ਼, ਮਨਜੀਤ ਸਿੰਘ ਜੀਕੇ ਬਾਰੇ ਸੋਚਿਆ ਜਾਂਦਾ ਸੀ ਵੀ ਉਹ ਘੱਟੋ ਘੱਟ 15 ਸੀਟਾਂ ਲਿਜਾ ਸਕਦਾ ਵਾ। ਉਹ ਦਾਅਵੇਦਾਰ ਸੀ ਵੀ ਮੈਂ 25-30 ਸੀਟਾਂ ਲੈ ਜਾਣੀਆਂ ਤੇ ਮੈਂ ਤਾਂ ਬਣ ਜਾਊਗਾ। ਲੇਕਿਨ ਮੈਂ ਇਹ ਗੱਲ ਕਹੂੰਗਾ ਵੀ ਦਿੱਲੀ ਦੇ ਸਿੱਖਾਂ ਨੇ ਭ੍ਰਿਸ਼ਟਾਚਾਰੀਆਂ ਨੂੰ ਨਕਾਰਿਆ। ਕਿਉਂ? ਮਨਜੀਤ ਸਿੰਘ ਜੀਕੇ ਤੇ ਦੋਸ਼ ਲੱਗੇ ਸੀ ਸੰਗੀਨ, ਉਹਦਾ ਕੇਸ ਅਦਾਲਤ ਚੱਲਦਾ ਸੀ ਤੇ ਮਨਜਿੰਦਰ ਸਿੰਘ ਸੇਠਾ ਦਾ ਵੀ ਕੇਸ ਅਦਾਲਤ ਚੱਲਦਾ। ਭਾਵੇਂ ਮਨਜੀਤ ਸਿੰਘ ਜੀਕੇ ਆਪ ਜਿੱਤ ਗਿਆ, ਲੇਕਿਨ ਉਹਦੀ ਪਾਰਟੀ ਹਾਰ ਗਈ, ਸਿਰਫ 3 ਸੀਟਾਂ ਮਿਲੀਆਂ। ਮਨਜਿੰਦਰ ਸਿੰਘ ਸੇਠਾ ਆਪ ਹਾਰ ਗਿਆ ਦਾ ਮਤਲਬ ਵੀ ਲੋਕਾਂ ਨੇ ਉਹਨਾਂ ਦੇ ਭ੍ਰਿਸ਼ਟਾਚਾਰ ਨੂੰ ਯਾਦ ਰੱਖਿਆ ਤੇ ਉਹਨਾਂ ਨੂੰ ਹਰਾ ਦਿੱਤਾ। ਹੁਣ ਅਗਲੀ ਗੱਲ ਜੋੜ ਤੋੜ ਦੀ ਗੱਲ। ਸਰਨਿਆਂ ਨੂੰ ਮਿਲੀਆਂ ਵਾ 14 ਸੀਟਾਂ, 3 ਮਿਲੀਆਂ ਮਨਜੀਤ ਨੂੰ, 1 ਭਾਈ ਰਣਜੀਤ ਸਿੰਘ ਨੂੰ, 1 ਆਜ਼ਾਦ ਜਿੱਤਿਆ ਤਲਵਿੰਦਰ ਸਿੰਘ ਬਰਵਾਹਾ, ਉਹ ਸਰਨਿਆਂ ਦਾ ਹੀ ਆ। ਉਹ ਇਕੱਠੇ ਹੋ ਗਏ ਫਿਰ ਇੱਕ ਮੰਚ ਤੇ, ਇਹ ਟੋਟਲ 19 ਬਣ ਗਿਆ। ਉਮਰਵਾਹਾ ਸਾਹਿਬ ਜਿਹੜੇ MLA ਵੀ ਰਹੇ ਉਹ? ਹਾਂਜੀ 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 ਹਾਂਜੀ। ਇਹ ਮਰਵਾਹਾ ਸਾਹਿਬ ਇਹ ਲਾਈਮਲਾਈਟ ਚ ਉਦੋਂ ਆਇਆ ਸੀ ਜਦੋਂ ਸੀਤਾਰਾਮ ਕੇਸਰੀ ਜਿਹੜਾ ਸੀ ਪ੍ਰਧਾਨ ਹੁੰਦਾ ਸੀ ਤਾਂ ਆਪਣੇ ਦਾ ਕਾਂਗਰਸ ਦਾ। ਕਾਂਗਰਸ ਦੇ ਨੇ ਉਦੋਂ ਇਹ, ਹਾਂਜੀ ਹਾਂਜੀ ਕਾਂਗਰਸ ਦੇ। ਉਦੋਂ ਇਹ ਜਾ ਕੇ ਸੀਤਾਰਾਮ ਦੀ ਕੋਠੀ ਦੇ ਬਾਹਰ ਚਲ ਜਾਂਦਾ ਸੀ ਤੇ ਲੋਕਾਂ ਦੇ ਕੰਮ ਕਰਦਾ ਸੀ ਤੇ ਵੇਲੇ ਕੋਈ ਉਹਦੀ ਘਰੋਂ ਫੋਨ ਵੀ ਕਰਦਾ ਵੀ ਸੀਤਾਰਾਮ ਕੇਸਰੀ ਦੀ ਕੋਠੀ ਤੇ ਬੋਲ ਰਿਹਾ ਤੇ ਫਲਾਣਾ ਬੰਦਾ ਭੇਜਿਆ ਦਾ ਕੰਮ ਕੀਤਾ ਜਾਵੇ। ਔਰ ਇੱਕ ਵਾਹਿਦ ਬੰਦਾ ਵਾ, ਉਹਨੂੰ ਜੇ ਭੁੰਜੇ ਬੈਠ ਦੀ ਲੋੜ ਤੇ ਬਹਿ ਜਾਣਾ, ਜੇ ਟਾਦੀ ਥਲੇ ਬੈਠ ਜਾਣਾ ਉਹਨੇ। ਜੇ ਕੁਰਸੀ ਮੇਜ਼ ਮਿਲ ਗਿਆ ਠੀਕ ਨਹੀਂ, ਕੋਈ ਗੱਲ। ਲੋਕਾਂ ਦੇ ਕੰਮ ਕਰਦਾ ਅੱਜ ਤੱਕ ਤੇ ਰਿਹਾ। ਦਿੱਲੀ ਕਮੇਟੀ ਦੀਆਂ ਜੋਨਾਂ ਕਿੰਨੀਆਂ ਚੁਣਿਆ ਅੱਜ ਤੱਕ ਨਹੀਂ ਰਿਹਾ। ਪਿਛਲੀ ਵੀ ਬਾਦਲਾਂ ਚਲੇ ਗਿਆ ਸੀ, ਲੇਕਿਨ ਐਤਕੀ ਉਹਨੇ ਪਹਿਲਾਂ ਜਿੱਦੇ ਸਾਰੇ ਸਰਕਾਰ ਦੇ ਘਰ ਆ ਗਿਆ ਕਿ ਮੈਂ ਤੁਹਾਡੇ ਨਾਲ। ਹੁਣ ਇਹ ਮਿਲਾ ਕੇ ਇਹਨਾਂ ਕੋਲ 19 ਸੀਟਾਂ ਬਣਦੀਆਂ ਤੇ ਉਹਨਾਂ ਦੇ ਕੋਲ 27 ਸੀਟਾਂ। 27 ਸੀਟਾਂ ਦੇ ਵਿੱਚੋਂ 2 ਸੀਟਾਂ ਜਿਹੜੀਆਂ 5 ਸੀਟਾਂ ਜਿਹੜੀਆਂ ਵੱਖਰੀਆਂ ਹੋਣੀਆਂ ਵਾ। 2 ਸੀਟਾਂ ਬਕਾਇਦਾ ਤੌਰ ਤੇ ਇਹਨਾਂ ਮੈਂਬਰਾਂ ਦੀਆਂ ਵੋਟਾਂ ਦੇ ਹਿਸਾਬ ਨਾਲ ਕੋਆਪਸ਼ਨ। ਅੱਛਾ ਜੀ। ਉਸ ਕੋਆਪਸ਼ਨ ਦੇ ਵਿੱਚ ਇੱਕ ਜਿਹੜੀ ਆ ਉਹ ਬਾਦਲ ਦਲ ਦਾ ਆਏਗਾ ਤੇ ਇੱਕ ਸਰਨਿਆਂ ਦਾ ਆਏਗਾ। ਸਰਨੇ 20 ਬਣ ਜਾਣਗੇ, ਉਹ 28 ਹੋ ਜਾਣਗੇ। ਇੱਕ SGPC ਵੱਲੋਂ ਜਾਣਾ ਕਿੰਨੀ ਕਾਹਲੀ ਆ ਵੀ ਕੱਲ SGPC ਵੱਲੋਂ ਲੈਟਰ ਜਾਰੀ ਵੀ ਕਰਵਾ ਦਿੱਤੀ ਆ ਕਿ ਮਨਜਿੰਦਰ ਸਿੰਘ ਸਰਸੇ ਨੂੰ ਇੱਕ ਵਾਰ ਨਾਮਜ਼ਦ ਕੀਤਾ ਜਾਂਦਾ SGPC ਵੱਲੋਂ। ਉਹ ਤਾਂ ਰਾਤ ਸੁੱਤੇ ਨਹੀਂ ਹੋਣੇ ਵਿਚਾਰੇ। ਜਦੋਂ ਉਹ 29 ਹੋ ਗਈਆਂ ਨੇ ਉਹਨਾਂ ਦੀਆਂ 2 ਸੀਟ 2 ਆਉਣੀਆਂ ਉੱਥੋਂ ਦੀਆਂ ਸਿੰਘ ਸਭਾ ਦੇ ਰਜਿਸਟਰ ਆ, ਉਹਨਾਂ ਦੀ ਲਾਟਰੀ ਨਹੀਂ ਕੱਢੇ ਜਾਣੀ।
ਉਹ ਲਾਟਰੀ ਜੇ ਨਿਕਲਣੇ ਉਹ ਕਿਹਦੇ ਨਿਕਲਣੇ ਇਹ ਨਹੀਂ ਪਤਾ। ਜੇ ਕਿਤੇ ਖੁਦਾ ਨਾ ਖਾਸਤਾ ਸਰਨਿਆਂ ਨੂੰ ਉਹ 2 ਸੀਟਾਂ ਮਿਲ ਜਾਣ ਤੇ ਇਹਨਾਂ ਦੀਆਂ ਸੀਟਾਂ 22 ਹੋ ਜਾਣੀਆਂ, ਦੂਜੇ ਪਾਸੇ 29 ਹੋ ਜਾਣੀਆਂ, 27 ਤੇ ਜਾਦੂ ਅੰਕੜਾ 26। 4 ਸੀਟਾਂ ਦੀ ਹੋਰ ਲੋੜ ਪਣੀ ਸਰਨਿਆਂ ਨੂੰ ਤੇ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਤੇ ਕਈ ਲੋਕ ਜਿਹੜੇ ਆ ਬਾਦਲ ਲਾਦੇ ਉਹ ਕਹਿਣਾ ਸ਼ੁਰੂ ਹੋ ਗਏ ਨੇ ਇੱਕ ਹਾਰੇ ਹੋਏ ਬੰਦੇ ਨੂੰ ਜੇ ਪ੍ਰਧਾਨ ਕਰਨਾ ਤੁਸੀਂ ਬਣਾਉਣਾ ਤੇ ਫਿਰ ਸਾਨੂੰ ਇਲੈਕਸ਼ਨ ਲੜਨ ਦੀ ਕੀ ਲੋੜ ਸੀ, ਅਸੀਂ ਤੇ ਕਰਕੇ ਬੈਠੇ ਰਹਿੰਦੇ। ਜੇ ਇਹ ਗੱਲ ਜੋੜ ਫੜ ਗਈ ਤੇ ਇਹ ਬਾਦਲ ਦਲ ਦੀ ਨਿਗਾਹ ਸਾਬਤ ਹੋਈ। ਲੇਕਿਨ ਮੈਂ ਇਹ ਗੱਲ ਕਹੂੰਗਾ ਕਿ ਦਿੱਲੀ ਦੇ ਸਿੱਖਾਂ ਨੂੰ ਪੰਜਾਬ ਦੀ ਸਿਆਸਤ ਨਾਲ ਕੋਈ ਲੈਣਾ ਨਹੀਂ। ਪੰਜਾਬ ਦੇ ਵਿੱਚ ਕੀ ਹੁੰਦਾ ਕੁਛ ਨਹੀਂ ਉਹਨਾਂ ਵੇਖਿਆ, ਉਹਨਾਂ ਨੇ ਵੇਖਿਆ ਕਿ ਦਿੱਲੀ ਚ। ਅਗਲੀ ਗੱਲ ਪੌਂਟੀ ਚੱਡਾ ਜਿਹੜਾ ਹੈ ਸ਼ਰਾਬ ਦਾ ਬੜਾ ਤਕੜਾ ਠੇਕੇਦਾਰ, ਹਰਿਆਣਾ ਰਿਸ਼ਤੇਦਾਰ ਬਹੁਤ ਵੱਡਾ ਕੁੜਮੋ ਕੁੜਮੀ, ਔਰ ਉਹ ਆਪਣੇ ਕੋਲੋਂ 1 ਨਹੀਂ 2 ਨਹੀਂ 100-200 ਕਰੋੜ ਲੋਕ ਦਾ 1 ਮਿੰਟ ਲਾਉਂਦਾ ਸੀ। 500-600 ਬੰਦਾ ਉਹਦੇ ਕੋਲ ਪੱਕਾ ਤਿਆਰ ਰਹਿੰਦਾ ਸੀ। ਜਿੰਨਾ ਚ ਉਹ ਜਿੰਦਾ ਰਿਹਾ ਸਰਰੇ ਕਦੀ ਕੋਈ ਚੋਰ ਨਹੀਂ ਹੈ। ਰਿਸ਼ਤੇਦਾਰ ਸੀਗਾ, 6000 ਰੁਪਏ ਦੀ ਟਰਨਓਵਰ ਸੀ। ਹਰ ਮੱਛਾ ਦੇ ਉੱਤੇ ਤੇ ਸ਼ਮਰਾਂ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਬੈਠਾ ਹੁੰਦਾ ਸੀ ਤੇ ਹਰ ਮੱਛਾ ਦੇ ਸ਼ਮਰਾਂ ਚੜਵਾ ਉਹਦਾ ਚੜਦਾ ਸੀ। ਗੁਰੂ ਘਰ ਦਾ ਬਿਨਾਂ ਪ੍ਰੇਮੀ ਸੀ। ਹੁਣ ਉਹਦੇ ਅੰਦਰ ਘਾਟਾ ਪੈ ਗਿਆ। ਉਸ ਤੋਂ ਬਾਅਦ ਇਹਨਾਂ ਦੀ ਹਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਵੇਰੀ ਜਿਹੜੀ ਹਾਰ ਹੈ, ਇੱਕ ਤੇ ਇਹ ਬਜ਼ੁਰਗ ਹੋ ਗਏ ਨੇ, ਸਭ ਤੋਂ ਵੱਡੀ ਗੱਲ ਤੇ ਇਹ। ਦੂਸਰੀ ਚੀਜ਼ ਜਿਹੜੇ ਬਾਦਲ ਦਾ ਛੱਡ ਕੇ ਆਏ ਸੀ ਉਹਨੂੰ ਟਿਕਟਾਂ ਦੇਣ ਵਾਲਾ ਉਹ ਬੰਦੇ ਸਾਰੇ ਹਰ ਗਏ, ਉਹਨਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤੀ। ਜੇ ਉਹਨਾਂ ਨੂੰ ਟਿਕਟਾਂ ਨਾ ਦਿੰਦੇ, ਨਵੇਂ ਦਿੰਦੇ ਤੇ ਸ਼ਾਇਦ ਕੋਈ ਗੱਲ ਹੋਰ ਬਣ ਜਾਂਦੀ। ਹੁਣ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਜੇ ਕਿਤੇ ਗੁਰਮੀਤ ਸਿੰਘ ਛੰਟੀ ਨਾ ਹਰਦਾ, ਉਹ ਕਲਾਕਾਰ ਸੀ ਨਾ ਕੰਮਾਂ ਦੇ ਵਿੱਚ ਜੋੜ ਤੋੜ ਦੀ ਰਾਜਨੀਤੀ ਕਰਨ ਦੇ ਵਿੱਚ। ਹੁਣ ਇਹ ਕੋਸ਼ਿਸ਼ ਜਾਰੀ ਆ ਕਿ ਕਿਸੇ ਤਰੀਕੇ ਨਾਲ ਜਿਹੜੇ ਬੰਦੇ ਨਾਰਾਜ਼ ਨੇ ਬਾਦਲ ਅਕਾਲੀ ਦਲ ਤੋਂ ਕਿਸੇ ਗੱਲ ਤੋਂ, ਉਹਨਾਂ ਨਾਲ ਕੀ ਸਾਂਝ ਕੱਢੀ ਜਾਵੇ ਕਿ ਉਹ ਭਾਪੀਆਂ ਦੀਆਂ ਵਿੱਚ ਰਿਸ਼ਤੇਦਾਰੀਆਂ ਆਪਣੀਆਂ ਹੁੰਦੀਆਂ। ਜੇ ਇਹੋ ਜਿਹੀ ਗੱਲ ਕੋਈ ਹੋ ਗਈ, ਜੇ ਕਾਮਯਾਬ ਹੋ ਗਏ, ਜੇ ਠਿੱਬੀ ਮਾਰਨ ਤੱਕ ਮਾਰ ਗਏ ਉਹਨਾਂ ਨੂੰ ਤੇ ਇੱਕ ਹੈਰਾਨੀਜਨਕ ਤੇ ਪਿਛਮਾ ਹੋਏਗਾ ਕੋਈ ਨਾ ਕੋਈ। ਲੇਕਿਨ 4-5 ਬੰਦੇ ਤੋੜਨੇ ਔਖੇ ਦੀ ਹੁੰਦੇ ਜੀ। ਵੌਇਸ ਆਫ ਸਿਟੀ 1320 AM ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਰੰਗਲਾ ਪੰਜਾਬ ਤੁਸੀਂ ਸੁਣਦੇ ਜਾ ਰਹੇ ਹੋ। ਔਰ ਮੈਂ ਬੜੇ ਸਤਿਕਾਰਯੋਗ ਨੇ, ਬੜੇ ਸੀਨੀਅਰ ਨੇ ਪੱਟੀ ਸਾਹਿਬ। ਜਦੋਂ ਅਸੀਂ ਇਹ ਲਫ਼ਜ਼ ਵਰਤਦੇ ਹਾਂ ਨਾ, ਸਾਨੂੰ ਇੱਕ ਬਹੁਤ ਫੋਨ ਕਾਲਸ ਬਾਅਦ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਜਵਾਬ ਦੇਣੇ ਪੈਂਦੇ ਨੇ। ਪਾਪਾ ਲਫ਼ਜ਼ ਤੁਸੀਂ ਕਹਿੰਦੇ ਜੀ ਇਹਨੂੰ ਇਸ ਤਰੀਕੇ ਨਾਲ ਵਰਤਦੇ ਹੋ ਜਿਵੇਂ ਇਹ ਨਫ਼ਰਤ ਦਾ ਭਾਰਤ ਹੈ। ਪਾਪੇ ਮਤਲਬ ਉਸ ਰੋੜਾ ਬਰਾਦਰੀ ਆ ਜੀ, ਜਾਂ ਬਾਣੀਆਂ ਬਰਾਦਰੀ ਕਹਿ ਲਓ, ਕਹਿੰਦੇ ਤੁਸੀਂ ਲਫ਼ਜ਼ ਵਰਤਦੇ ਹੋ। ਅਤੇ ਮੈਂ ਕਿਹਾ ਜੀ ਮੈਂ ਹੁਣ ਕੀ ਕਹਾਂ ਜੀ। ਮੈਂ ਕਿਹਾ ਜਦੋਂ ਵੀ ਮੈਂ ਉਹਨਾਂ ਨੂੰ ਵਾਅਦਾ ਕੀਤਾ ਵੀ ਜਦੋਂ ਇੱਕ ਲਫ਼ਜ਼ ਆਵੇ ਭਈ ਮੈਂ ਕੋਸ਼ਿਸ਼ ਕਰੂੰਗਾ ਉਹਨੂੰ ਬਈ ਤੁਹਾਡੀਆਂ ਭਾਵਨਾਵਾਂ ਨੂੰ ਜਿਹੜੀਆਂ ਨੇ ਉਹਨਾਂ ਦੇ ਨਾਲ ਮਲਮ ਲਾਉਣ ਦੀ ਕੋਸ਼ਿਸ਼ ਕਰਾਂ। ਜਿਵੇਂ ਅਸੀਂ ਕਹਿ ਸਕਦੇ ਕਿ ਦਿੱਲੀ ਦੇ ਸਿੱਖਾਂ ਦੀ ਆਪਸ ਵਿੱਚ ਰਿਸ਼ਤੇਦਾਰੀ ਵੀ ਹੈ, ਜਿਵੇਂ ਜੱਟਾਂ ਦੀ ਆਪਸ, ਜੱਟਾਂ ਦੇ ਮੱਟਾਂ ਦੇ। ਮੈਂ ਇਹਦਾ ਸਪਸ਼ਟੀਕਰਨ ਦਿੰਦਾ ਜੀ। ਅਸੀਂ ਨਹੀਂ ਕਹਿੰਦੇ, ਹਾਂ ਉਹ ਆਪੇ ਹੀ ਕਹਿੰਦੇ, ਪਾਪਾ ਦਾ ਸਮਝੀ ਉਹਨੂੰ। ਚਲੋ ਉਹ ਤਾਂ ਗੁੱਸੇ ਜਾ ਕੇ ਕਹਿੰਦੇ ਨਾ, ਜਦੋਂ ਫਿਰ ਕਿਸੇ ਨੂੰ ਗਾਲ ਕੱਢਣੀ ਆ ਤਾਂ ਗਾਲ ਨਹੀਂ ਕੱਢਦੇ, ਫਿਰ ਕਿੰਨੀ ਤਲੀਮ ਆ ਕਹਿੰਦੇ ਵੀ ਸਾਨੂੰ ਪਾਪਾ ਦਾ ਸਮਝੋ, ਠੀਕ ਆ ਨਾ, ਅਸੀਂ ਜਾਣਦੇ ਕੀ ਕਰਨਾ ਕੀ ਨਹੀਂ। ਉਹ ਆਪੇ ਹੀ ਕਹਿੰਦੇ ਨਹੀਂ। ਚਲੋ ਐਨੀਵੇ, ਮੈਂ ਜਿਹੜੇ ਸਤਿਕਾਰਯੋਗ ਸਾਡੇ ਸਰੋਤੇ ਦਰਸ਼ਕ ਨੇ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਉੱਥੇ ਚੱਲਦਾ ਹੈ ਨਹੀਂ, ਪਰ ਚੱਲਦਾ ਨਹੀਂ। ਇਹ ਵੀ ਜਿਵੇਂ ਇੱਕ ਜਾਤੀ ਸੂਚਕ ਆ ਜਾਂਦਾ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਨਕਲੀ ਨਾ ਵਰਤੋਂ 'ਚ ਲਿਆਂਦਾ ਜਾਵੇ, ਕਿਉਂਕਿ ਬਹੁਤ ਸਾਰੇ ਵੀਰ ਮੁੜ ਕੇ ਫਿਰ ਸਾਡੇ ਨਾਲ ਖਫਾ ਹੁੰਦੇ ਨੇ ਇੱਥੇ, ਇਸ ਕਰਕੇ ਮੈਂ ਇਹਨੂੰ ਕਲੀਅਰ ਕੀਤਾ। ਚਲੋ ਐਨੀਵੇ 9058131320 905-813-1320। ਤਾਲਿਬਾਨ ਦੀ ਗੱਲ ਹੋ ਰਹੀ ਸੀ ਪਹਿਲਾਂ ਵੀ ਪੱਟੀ ਸਾਹਿਬ, ਜਿਵੇਂ ਤੁਸੀਂ ਡਿਟੇਲ ਦੇ ਵਿੱਚ ਜੋੜ ਤੋੜ ਦੀ ਰਾਜਨੀਤੀ ਬਾਰੇ ਦੱਸਿਆ, ਇਹ ਤੁਸੀਂ ਦੱਸ ਸਕਦੇ ਸੀ। ਮਤਲਬ ਜਿਸ ਤਰੀਕੇ ਨਾਲ ਤੁਸੀਂ ਉੱਥੋਂ ਦੇ ਮਤਲਬ ਕਾਇਦੇ ਕਾਨੂੰਨ ਨੂੰ ਜਾਣਦੇ ਹੋ, ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਇਦੇ ਕਾਨੂੰਨ ਜਾਣਦੇ ਹੋ, ਇਸੇ ਤਰ੍ਹਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਇਦੇ ਕਾਨੂੰਨ ਨੂੰ ਜਾਣਦੇ ਹੋ ਕਿ ਕਿਵੇਂ ਜੋੜ ਤੋੜ ਦੀ ਰਾਜਨੀਤੀ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਪਰਚੀ ਕਿਹਦੀ ਨਿਕਲਣੀ ਹੈ, ਉਹ ਕਨਸੂ ਅਜੇ ਤੱਕ ਉਹ ਜਾਦੂਮਈ ਕ੍ਰਿਸ਼ਮਾ ਕੋਈ ਨਹੀਂ ਕਰ ਸਕਿਆ। ਕਿਆਸ ਰਾਈਆਂ ਰਹਿੰਦੀਆਂ ਨੇ, ਉਹ ਪਰਚੀ ਕਿੱਥੋਂ ਨਿਕਲਦੀ ਹੈ, ਕਿਹੜਾ ਘੜਾ ਹੈ, ਕਿਹੜਾ ਪੌਕਟ ਹੈ, ਇਹ ਤਾਂ ਉਹ ਹੱਥ ਕੱਢਣ ਵਾਲੇ ਵੀ ਨਹੀਂ ਜਾਣਦੇ ਸ਼ਾਇਦ, ਪਤਾ ਨਹੀਂ
ਕਿੰਨੀਆਂ ਕੁ ਪਰਚੀਆਂ ਬੁੱਝ ਪਾਈਆਂ ਹੁੰਦੀਆਂ, ਕਿਹੜੀ ਨਿਕਲਾਉਣੀ ਕਿਹੜੀ ਨਹੀਂ ਨਿਕਲਣੀ। ਉਹ ਬੰਦਾ ਵੀ ਉਹ ਨਿਕਲਦਾ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਕਿਸੇ ਵੇਲੇ ਜਥੇਦਾਰ ਵੀ ਜਾਂ ਪ੍ਰਧਾਨ, ਜਿਹਦਾ ਕਦੇ ਨਾਂ ਹੀ ਨਹੀਂ ਸੁਣਿਆ ਹੁੰਦਾ, ਉਹਦੀ ਕੋਈ ਦੇਣ ਵੀ ਨਹੀਂ ਹੁੰਦੀ। ਹਾਂਜੀ, ਖੈਰ ਨਹੀਂ ਚਲੋ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਉਹ ਸਾਹਿਬ ਉਹਨਾਂ ਦਾ ਉਪਰਾਲਾ ਜਿਹੜਾ ਵਾ ਉਹ ਕਿਸੇ ਦੇ ਰਾਹੀਂ ਉਹਨਾਂ ਨੂੰ ਇਹ ਨਿਗਾਹ ਮਿਹਰਬਾਨ ਕਰਦਾ। ਤੇ ਸਿੱਖੀ ਕੁਠਾਲੇ 'ਚ ਪਈ ਹੋਈ, ਜਿਵੇਂ ਨਹੀਂ ਮਤਲਬ ਮੱਘਦਾ ਪਿਆ ਇੱਕ ਜਿਹੜਾ ਮਤਲਬ ਕੁਠਾਲਾ ਜਿੱਦਾਂ ਸੋਨਾ ਢਾਲੀ ਦਾ, ਉਹਦੇ ਵਿੱਚ ਹੈ ਪਰਖ ਹੋ ਰਹੀ ਹੈ ਜੀ। ਇਹ ਹੁੰਦੀ ਆਈ ਹੈ, ਅਗਾਂਹ ਵੀ ਹੁੰਦੀ ਰਹਿਣੀ ਹੈ, ਸਾਡੇ ਤੁਹਾਡੇ ਜਾਣ ਤੋਂ ਬਾਅਦ ਵੀ ਹੁੰਦੀ ਰਹਿਣੀ ਹੈ। ਸ਼ਾਇਦ ਇਸ ਤਰ੍ਹਾਂ ਦੀ ਤੁਲਨਾ ਕੋਈ ਹੋਰ ਨਾ ਕਰ ਸਕੇ, ਜੇ ਕਰ ਸਕੇ ਤਾਂ ਸ਼ਾਇਦ ਸਾਡੇ ਤੋਂ ਵਧੀਆ ਵੀ ਕਰ ਸਕੇ, ਚੰਗੀ ਹੋਊਗੀ। ਸਾਰੇ ਵਧੀਆ ਕਰਦੇ ਨੇ, ਅਸੀਂ ਤਾਂ ਕੁਛ ਵੀ ਨਹੀਂ। ਤਾਲਿਬਾਨ ਦਾ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਕੀ ਕਹਿਣਾ ਚਾਹੋਗੇ? ਸਾਹਿਬ, ਇਸ ਵੇਲੇ ਤਾਲਿਬਾਨ ਦੇ ਜਿਹੜੇ ਸਾਥੀ ਬਦਲੇ ਆ, ਤਾਲਿਬਾਨ ਉਹੀ ਪਹਿਲਾ ਸਾਥੀ ਉਹਨਾਂ ਦਾ ਅਮਰੀਕਾ ਸੀ ਜਾਂ ਰਸ਼ੀਆ ਤੇ ਚਾਈਨਾ। ਕਿਸੇ ਵੇਲੇ ਰਸ਼ੀਆ ਉਹਨਾਂ ਦੇ ਵਿਰੁੱਧ ਸੀਗਾ, ਅਮਰੀਕਾ ਸਾਥੀ ਸੀਗਾ। ਅੱਜ ਅਮਰੀਕਾ ਜਿਹੜਾ ਉਹ ਆਪਣੀ ਫੌਜਾਂ ਕਰਕੇ ਭੱਜਣ ਲਈ ਤਿਆਰ ਆ, ਤੇ ਰਸ਼ੀਆ ਤੇ ਚਾਈਨਾ ਉਹਦੀ ਫੂਕ ਦੇ ਪਕੜ ਲਈ ਤੁਸੀਂ ਕੀਤਾ। ਹੁਣ ਤਾਲਿਬਾਨ ਦੀ ਜੇ ਗੱਲ ਕੀਤੀ ਜਾਵੇ, ਤਾਲਿਬਾਨ ਦੇ ਆਪਾਂ ਵੀ ਗੱਲ ਕੀਤੀ ਸੀ ਕਿ ਇਹਨਾਂ ਦੇ ਇੱਕ ਨਹੀਂ ਕਈ ਗਰੁੱਪ ਨੇ। ਉਹ ਗਰੁੱਪਬੰਦੀ ਹੋਣ ਕਰਕੇ ਜਿਹੜਾ ਵਾ ਕਈ ਪ੍ਰੋਬਲਮ ਸਾਹਮਣੇ ਆ ਰਿਹਾ। ਤੇ ਇੱਥੋਂ ਤੱਕ ਤਾਲਿਬਾਨ ਨੇ ਕਿਹਾ ਕਿ ਸਾਡੇ ਬੰਦਿਆਂ ਨੂੰ ਟ੍ਰੇਨਿੰਗ ਦੀ ਬਹੁਤ ਸਖਤ ਲੋੜ ਆ, ਕਿ ਬੱਚਿਆਂ ਨਾਲ ਬਿਹੇਵ ਕਿਵੇਂ ਕਰਨਾ ਵਾ, ਗੁਆਂਢੀਆਂ ਨਾਲ ਕਿਵੇਂ ਕਰਨਾ, ਤੇ ਔਰਤਾਂ ਨਾਲ ਕਿਵੇਂ। ਇੱਕ ਤਾਲਿਬਾਨ ਇਹ ਕਹਿੰਦਾ ਵੀ ਨਹੀਂ ਵੀ ਇਹ ਤਾਲਿਬਾਨ ਜਿਹੜੀਆਂ ਔਰਤਾਂ ਵਾ ਉਹਨੂੰ ਐਜੂਕੇਸ਼ਨ ਦੇ ਵਿੱਚ ਤੇ ਸਿਹਤ ਵਿਭਾਗ ਦੇ ਵਿੱਚ ਜੋ ਨੌਕਰੀ ਕਰਦੀਆਂ ਤਾਂ ਨਾ ਰੋਕਿਆ ਜਾ। ਦੂਜਾ ਕਹਿੰਦਾ ਬਿਲਕੁਲ ਨਹੀਂ, ਇਹ ਨਹੀਂ ਹੋ ਸਕਦਾ। ਇਸ ਕਰਕੇ ਉਹ ਗਰੁੱਪਬੰਦੀ ਜਿੰਨ ਚਿਰ ਖਤਮ ਨਹੀਂ ਹੁੰਦੀ ਉਹਨਾਂ ਚਿਰ ਉੱਥੇ ਇੱਕ ਚਟਾਂ ਰਹਿਣਗੇ। ਜਿੱਥੋਂ ਗੱਲ ਕੀਤੀ ਤੁਸੀਂ ਇੰਡੀਆ 'ਚ, ਰਾਵਤ ਸਾਹਿਬ ਨੇ ਸਾਡੇ ਜਿਹੜੇ ਤਿੰਨਾਂ ਸੈਨਾਵਾਂ ਦੇ ਮੁਖੀ, ਉਹਨਾਂ ਨੇ ਕਹਿਤਾ ਕਿ ਅੱਤਵਾਦੀ ਜਥੇਬੰਦੀ ਤਾਲਿਬਾਨ ਦਾ ਹਰ ਹਮਲੇ ਦਾ ਟੱਕਰ ਹਟਾਉਣ ਲਈ ਤਿਆਰ, ਬਿਲਕੁਲ ਤਿਆਰ ਰਹਿਣਾ ਚਾਹੀਦਾ। ਫੋਰਸ ਦਾ ਕੰਮ ਹੀ ਹੁੰਦਾ। ਲੇਕਿਨ ਇਹ ਗੱਲ ਸਪਸ਼ਟ ਆ ਕਿ ਜਿਸ ਤਰੀਕੇ ਨਾਲ ਅਸੀਂ ਉਹਦੇ ਨਾਲ ਵਿਹਾਰ ਕੀਤਾ, ਹੁਣ ਜੋ ਅਸੀਂ ਕਹਿੰਦੇ ਤਾਲਿਬਾਨ ਦੇ ਨੇੜੇ ਹੋਈ। ਮੈਂ ਅੱਗੇ ਵੀ ਗੱਲ ਕੀਤੀ ਵੀ ਜਿਹੜੀ ਮੀਟਿੰਗ ਹੋਈ ਸੀ ਉਹ ਕਿਸ ਤਰੀਕੇ ਦਾ ਪਰਮਿਸ਼ਨ ਮਿਲੀ। ਰਸ਼ੀਆ ਨੇ ਸਾਡੀ ਸਪੋਰਟ ਕੀਤੀ, ਆਲ ਵੈਦਰ ਸਾਡਾ ਦੋਸਤ ਆ ਰਸ਼ੀਆ। ਹਰੇਕ ਮੁਸੀਬਤ ਸਾਡੀ ਮਦਦ ਦਾ ਖਲੋਂਦਾ ਰਿਹਾ। ਅਸੀਂ ਬੇਸ਼ੱਕ ਉਹਨੂੰ ਕਿਤੇ ਤਲਾਂਜੀ ਦਿੱਤੀ, ਉਹਨੇ ਤਲਾਂਜੀ ਨਹੀਂ ਦਿੱਤੀ। ਹੁਣ ਉਹਦੇ ਵਿੱਚ ਤਾਲਿਬਾਨ ਵਾਲੇ ਇਹ ਖਤਰਾ ਵੀ ਇਸ ਕਰਕੇ ਅਫਗਾਨਿਸਤਾਨ ਨਾਲ ਸਾਡੀ ਨੁੱਕਰ ਲੱਗਦੀ ਹੈ ਜਾਂ ਪਾਕਿਸਤਾਨ ਦੇ ਰਸਤੇ ਆ ਕੇ ਉਹ ਕਸ਼ਮੀਰ 'ਚ ਗੜਬੜ ਕਰ ਸਕਦੇ। ਇਸ ਕਰਕੇ ਉਹਨਾਂ ਨੇ ਕਿਹਾ ਤਿਆਰ ਇਹਨਾਂ ਨੂੰ ਕੋਈ ਸੂਹ ਮਿਲੀ ਹੋਊਗੀ ਕੋਈ ਨਾ ਕੋਈ, ਕਿ ਵੇਖੋ ਜੀ ਹੁਣ ਤਕੜੇ ਹੋ ਜੋ ਆਪਾਂ ਕਸ਼ਮੀਰ ਅਫਗਾਨਿਸਤਾਨ ਤੇ ਲੈ ਲਿਆ ਤਾਂ ਕਸ਼ਮੀਰ ਵੀ ਲੈਣਾ ਆਪਾਂ। ਉਹਦੇ ਤੇ ਉਹਨਾਂ ਟਿੱਪਣੀ ਜ਼ਰੂਰ ਕੀਤੀ ਆ। ਲੇਕਿਨ ਮੈਨੂੰ ਨਹੀਂ ਉਮੀਦ ਵੀ ਤਾਲਿਬਾਨ ਹੁਣ ਜਿਹੜੀ ਇਹੋ ਜਿਹੀ ਕੋਈ ਰਗੜ ਕਰੇਗਾ, ਕਿ ਪਹਿਲੇ ਦਿਨ ਜਦੋਂ ਉਹਨੇ ਬਿਆਨ ਆਏ ਸੀ ਬੜੇ ਸੁਥਰੇ ਬਿਆਨ ਆਏ ਸੀਗੇ ਭਾਈ ਅਸੀਂ ਮਿਸਾਲ ਕਾਇਮ ਕਰਾਂਗੇ ਸ਼ਾਂਤੀ ਦੀ। ਅਫਗਾਨਿਸਤਾਨ ਸਭ ਤੋਂ ਵੱਧ ਸ਼ਾਂਤੀ ਵਾਲਾ ਮੁਲਕ ਜੀ। ਅਫਗਾਨਿਸਤਾਨ ਦੇ ਜਿਹੜੇ ਮਿਨਰਲ ਜੀ ਇੰਨੇ ਜ਼ਿਆਦਾ ਮਿਨਰਲ ਨੇ ਉੱਥੇ, ਜਿਹੜੇ ਅਮਰੀਕੀ ਵਿਗਿਆਨੀ ਗਏ ਸੀ ਉਹਦੇ ਸੀ 1.5 ਦਹਾਕਾ ਲੱਗਣਾ ਇਹਨਾਂ ਦੇ ਉੱਤੇ ਪੂਰੀ ਖੁਦਾਈ ਕਰਦੇ ਨੇ, ਘੱਟੋ ਘੱਟ ਪੂਰਾ ਸਿਸਟਮ ਸੈੱਟ ਕਰਦੇ। ਤੇ 1.5 ਦਹਾਕੇ ਦੇ ਬਾਅਦ ਫਿਰ ਅਫਗਾਨਿਸਤਾਨ ਨੂੰ ਹੋਰ ਕੋਈ ਕਿਤੇ ਟੈਕਸ ਲਾਉਣ ਦੀ ਲੋੜ ਨਹੀਂ। ਇਹ ਮਿਨਰਲ ਵੇਚ ਕੇ ਆਪਣਾ ਜਿਹੜਾ ਬੜਾ ਵਧੀਆ ਗੁਜ਼ਾਰਾ ਕਰਦਾ। ਉਹ ਮਿਨਰਲ ਕਿਹੜੇ ਕਿਹੜੇ ਸੀ ਉਹ ਆਪਾਂ ਪਰਸੋਂ ਗੱਲ ਕਰਾਂਗੇ ਸਾਰੀ, ਕਿਉਂਕਿ ਉਹ ਕੋਲ ਟਾਈਮ ਖੁੱਲਾ ਹੁੰਦਾ। ਵੌਇਸ ਆਫ ਸਿਟੀ ਜੀ ਪਰਸੋਂ ਠੀਕ ਹੈ, ਮੈਂ ਆਰਟੀਕਲ ਸਕਿਪ ਕਰ ਦੇਵਾਂਗਾ, ਆਪਾਂ ਗੱਲ ਜ਼ਰੂਰ ਕਰਾਂਗੇ। ਤੁਹਾਡੇ ਮਨ ਦੀ ਤਮੰਨਾ ਹੈ ਮਿਨਰਲਸ ਬਾਰੇ ਗੱਲ ਕਰਨ ਦੀ, ਤਾਂ ਆਪਾਂ ਜ਼ਰੂਰ ਡੈਫੀਨੇਟਲੀ ਪ੍ਰੋਮਿਸ। ਨਹੀਂ ਉਹ 5 ਮਿੰਟ ਨਹੀਂ 5 ਮਿੰਟ ਬਹੁਤੀ ਨਹੀਂ ਹੋਣੀ ਹੋਗਾ। ਚਲੋ ਐਨੀਵੇ ਹੁਣ ਇਹਦੀ ਗੱਲ ਜਿਹੜੀ ਉਹ ਰਾਵਤ ਸਾਹਿਬ ਦੀ ਹੈ, ਰਾਵਤ ਸਾਹਿਬ ਨੇ ਜੇ ਇੰਨੀ ਗੱਲ ਕਹੀ ਤਾਂ ਉਹਨਾਂ ਕਿਹਾ ਵੀ ਸਾਨੂੰ ਉਮੀਦ ਆ ਵੀ ਚਾਈਨਾ ਤੇ ਅਮਰੀਕਾ ਜਿਹੜੇ ਸਾਡੇ ਦੋਸਤ ਉਹਨਾਂ ਦੇ ਹੈਗੇ ਆ ਜਾਂ ਰਸ਼ੀਆ, ਉਹ ਇਹਨੂੰ ਤਾਲਿਬਾਨ ਨੂੰ ਇਹੋ ਜਿਹੀ ਹਰਕਤ ਨਹੀਂ ਕਰਨ ਦੇਣਗੇ ਜੀ। ਲੇਕਿਨ ਉਹਨਾਂ ਨੂੰ ਖਤਰਾ ਅੱਜ ਮਹਿਸੂਸ ਕੀਤਾ ਸੀ, ਜਿਹਦੇ ਕਰਕੇ ਉਹਨਾਂ ਨੂੰ ਬਿਆਨ ਦੇਣਾ ਜੀ। ਦੂਜੀ ਗੱਲ ਅਗਲੀ ਗੱਲ ਕਰਨ ਦਾ, ਅੱਜ ਦੀ ਡੇਟ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸਾਰੀਆਂ ਸਟੇਟ ਸਾਰੇ ਕੰਟਰੀ ਦੀਆਂ ਐਮਬੈਸੀ ਕੰਮ ਕਰ ਰਹੀਆਂ। ਸਾਡੀ ਐਮਬੈਸੀ ਸੀ ਟਿੰਡ ਪੜੀ ਚੁੱਕ ਕੇ ਭੱਜ ਸਭ ਕੁਛ ਚੁੱਕ ਲੈਂਦਾ।
ਇਹਦਾ ਮਤਲਬ ਕਿਤੇ ਕਿਤੇ ਸਾਡੀ ਉੱਥੇ ਕਿਤੇ ਨਾ ਕਿਤੇ ਕਮਜ਼ੋਰੀ ਰਹਿ ਗਈ ਹੈ ਕਿ ਜਿਹਦੇ ਕਰਕੇ ਅਸੀਂ ਚੁੱਕ ਲਿਆਏ ਹੋ। ਜਦੋਂ ਉਹ ਕਹਿੰਦੇ ਭਾਈ ਤੁਹਾਡੀ ਸੁਰੱਖਿਆ ਅਸੀਂ ਕਰ ਰਹੇ ਹਾਂ, ਤੁਹਾਡੀ ਅਸੀਂ ਕਦੋਂ ਸਮਝ ਕਰਦੇ, ਤੁਸੀਂ ਕਿਉਂ ਜਾਂਦੇ ਹੋ? ਤੁਹਾਨੂੰ ਜੀ 2 ਅਕਤਰ ਮੀਟਿੰਗ ਹੋਈ ਤੇ ਕਹਿ ਦਿੱਤਾ ਉਹਨਾਂ ਵੀ ਤੁਸੀਂ ਆਰਾਮ ਨਾਲ ਰਹੋ ਉੱਥੇ, ਤੁਸੀਂ ਆਪਣਾ ਕਾਰੋਬਾਰ ਕਰੋ, ਤੁਸੀਂ ਇਨਵੈਸਟਮੈਂਟ ਕੀਤੀ ਹੈ, ਕੋਈ ਗੱਲ ਤੁਹਾਨੂੰ ਰੋਕਦਾ ਨਹੀਂਗਾ, ਰੁਕਿਆ ਵੀ ਅਜੇ ਤੱਕ ਕਿਸੇ ਰੁਕਿਆ ਵੀ ਨਹੀਂਗਾ ਕਿਸੇ, ਲੇਕਿਨ ਫਿਰ ਵੀ ਅਸੀਂ ਆ ਗਏ ਹਾਂ। ਹੁਣ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਜੇ ਤਾਲਿਬਾਨ ਦੀ ਕੋਈ ਇਨਫੋਰਮੇਸ਼ਨ ਲੈਣੀ ਹੈ ਤੇ ਰੂਸ ਦੇ ਪ੍ਰਧਾਨ ਮੰਤਰੀ ਨੂੰ ਫੋਨ ਕਰਨਾ ਪੈਂਦਾ, ਮਨ ਦੱਸੋ ਕੀ ਗੱਲ ਉੱਥੇ ਹੋਈ ਜੀ। ਇਹ ਇੱਕ ਬੜਾ ਵੱਡਾ ਮਸਲਾ ਹੈ ਕਿ ਸਾਨੂੰ ਰੂਸ ਦੇ ਰਾਹੀਂ ਜਿਹੜਾ ਵਾ ਉਹ ਤਾਲਿਬਾਨ ਦੇ ਨਾਲ ਜਿਹੜਾ ਹੈ ਉਹ ਗੱਲਬਾਤ ਕਰ। ਉਧਰ ਇਹਦੇ ਵਿੱਚ ਕੁਛ ਸਾਡਾ ਜਿਹੜਾ ਭਾਰਤ ਦਾ ਮੀਡੀਆ ਜਿਹੜਾ ਵਾ ਅੱਗ ਬੋਲਣ ਵਾਲਾ, ਹਾਂਜੀ, ਆਪਣੀ TRP ਵਧਾਉਣ ਵਾਲਾ, ਉਹਦਾ ਵੀ ਬੜੀ ਵੱਡੀ ਮੁੱਖ ਭੂਮਿਕਾ ਹੈ। ਪਿਛਲੀ ਵਾਰੀ ਉਹਨਾਂ ਨੂੰ ਇੱਕ ਮਤਲਬ ਕਹਿ ਲਓ ਕਿ ਥ੍ਰੈਟ ਕਹਿ ਲਓ, ਧਮਕੀ ਕਹਿ ਲਓ, ਜਾਂ ਆਪਣੇ ਆਪ ਨੂੰ ਸੁਧਾਰਨ ਬਾਰੇ ਵੀ ਕਿਹਾ ਸੀਗਾ। ਚਲੋ ਉਹ ਖਿੱਤੇ ਦੇ ਵਿੱਚ ਰਹਿ ਰਹੇ ਨੇ, ਉਹ ਉਹਨਾਂ ਦਾ ਖਿੱਤਾ, ਉਹ ਸਮਝਦੇ ਕਿ ਸਾਡਾ ਖਿੱਤਾ ਹੈ, ਅਸੀਂ ਇਹਦੇ 'ਤੇ ਆਪਣੇ ਤਰੀਕੇ ਨਾਲ ਰਾਜ ਕਰਨਾ ਹੈ। ਠੀਕ ਹੈ, ਉਹਨਾਂ ਦੀਆਂ ਕੁਝ ਰੂੜੀਵਾਦੀ ਗੱਲਾਂ ਦਾ ਜ਼ਿਕਰ ਕਰ ਸਕਦੇ ਹਾਂ, ਜਿਵੇਂ ਔਰਤਾਂ ਦੇ ਉੱਤੇ ਉਹਨਾਂ ਦਾ ਬਹੁਤ ਜ਼ਿਆਦਾ, ਜੇ ਕਹਿ ਲਓ ਕਿ ਉਹਨਾਂ ਨੂੰ ਸ਼ੁਰੂਆਤ ਪੈਦਾਇਸ਼ੀ ਉਹਨਾਂ ਦੀ ਇਸ ਤਰ੍ਹਾਂ ਦੀ ਹੋਈ ਹੈ ਅਤੇ ਹੌਲੀ ਹੌਲੀ ਮਤਲਬ ਉਹਨਾਂ ਦੇ ਵਿੱਚ, ਜਿਵੇਂ ਹੁਣ UAE ਦੇ ਵਿੱਚ, ਦੁਬਈ ਦੇ ਵਿੱਚ ਵੇਖੋ ਤੁਸੀਂ, ਸਾਊਦੀ ਅਰਬ ਦੇ ਵਿੱਚ ਦੇਖੋ ਤੁਸੀਂ, ਬਹੁਤ ਵੱਡਾ ਬਦਲਾਅ ਉੱਥੇ ਆਇਆ। ਸਾਊਦੀ ਅਰਬ ਦੀ ਵੀ ਤਾਂ ਮੁਸਲਿਮ ਕੰਟਰੀ ਹੈ, ਉੱਥੇ ਵੀ ਬਹੁਤ ਜ਼ਿਆਦਾ ਸੀਗਾ। ਹੁਣ ਅਫਗਾਨਿਸਤਾਨ ਦੇ ਵਿੱਚ ਵੀ ਪੜ੍ਹੇ ਲਿਖੇ ਜਿਹੜੇ ਨੇ ਉਹਨਾਂ ਦਾ, ਚਲੋ ਜਿਸ ਤਰੀਕੇ ਦੇ ਨਾਲ ਅਸੀਂ ਕੋਈ ਪ੍ਰੋੜਤਾ ਨਹੀਂ ਕਰਦੇ ਉਹਨਾਂ ਦੀ, ਪਰ ਉਹ ਬਦਲਾਅ ਲਿਆਉਣ ਬਾਰੇ ਸੋਚ ਰਹੇ ਨੇ। ਪਰ ਅਜੇ ਉੱਥੇ ਜੋ ਕੁਝ ਹੋ ਰਿਹਾ ਉਹ ਸਭ ਕੁਝ ਸਹੀ ਨਹੀਂ ਹੈ। ਉੱਥੋਂ ਇੱਕ ਪੱਤਰਕਾਰ ਨੇ ਕਿਹਾ ਜਿਸ ਤਰੀਕੇ ਦੇ ਨਾਲ ਕੁਝ, ਵੇਖੋ ਹਰ ਥਾਂ ਤੇ ਕਾਂਗਿਆਰੀ ਤਾਂ ਹੁੰਦੀ ਹੈ, ਹਰ ਥਾਂ ਤੇ, ਹਰ ਮਜ਼ਹਬ, ਹਰ ਧਰਮ ਦੇ ਵਿੱਚ ਕੁਝ ਲੋਕਾਂ ਨੂੰ ਮੌਕਾ ਮਿਲਿਆ ਲੁੱਟਣ ਦਾ। ਤੁਸੀਂ ਪੰਜਾਬ ਦਾ ਖਾੜਕੂਵਾਦ ਲੈ ਲਓ, ਉਹਦੇ ਵਿੱਚ ਖਾੜਕੂ ਕੰਮ ਕਰਦੇ ਸੀ ਤੇ ਖਾੜਕੂਆਂ ਦੀ ਆੜ ਹੇਠ ਆਪਣੀਆਂ ਦੁਸ਼ਮਣੀਆਂ ਕੱਢਣ ਵਾਲੇ ਤੇ ਲੋਕਾਂ ਨੂੰ ਲੁੱਟਣ ਵਾਲੇ, ਧੀਆਂ ਭੈਣਾਂ ਦੀ ਬੇਅਦਬੀ ਕਰਨ ਵਾਲੇ, ਇਹੋ ਜਿਹੇ ਜਿਹੜੇ ਕੈਡ ਪੈਦਾ ਕੀਤੇ ਸੀਗੇ। ਮੈਂ ਤਾਂ ਪਿੰਕੀ ਦਾ 50 ਵਾਰੀ ਜ਼ਿਕਰ ਕਰਤਾ, ਹਾਂਜੀ ਜੀ 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 50 ਵਾਰੀ ਕੋ 500 ਵਾਰ ਜ਼ਿਕਰ ਕਰਤਾ ਹੋਣਾ ਵੀ ਜਿਹੜਾ ਕਹਿੰਦਾ ਸਾਨੂੰ ਜੋ ਖੁੱਲੀਆਂ ਹਦਾਇਤਾਂ ਸੀ ਬੁੱਚੜਗਰਦੀ ਕਰਨ ਵਾਸਤੇ ਕਿਹਨੇ ਦਿੱਤੀਆਂ ਸੀਗੀਆਂ? ਥਾਪੜਾ ਹੁਣ ਜੇ ਦਿੱਤਾ ਸੀ ਤੇ ਮਤਲਬ ਉਹਨਾਂ ਨੇ ਮਰਜ਼ੀਆਂ ਕਰਨੀਆਂ ਸੀ। ਹੁਣ ਅਫਗਾਨਿਸਤਾਨ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ, ਮੌਕਾ ਮਿਲਿਆ ਕਈਆਂ ਨੂੰ ਲੁੱਟਣ ਦਾ ਮੌਕਾ ਮਿਲਿਆ। ਮੈਂ ਤਾਂ ਗੱਲ ਇਹ ਵੀ ਸੋਚ ਰਿਹਾ ਸੀ ਵੀ ਜੇ ਤੁਸੀਂ ਇੰਨੇ ਕੱਟੜ ਹੋ ਤਾਂ ਤੁਸੀਂ ਸਖਤ ਕਰੋ, ਵੀ ਜੇ ਸਾਨੂੰ ਪਤਾ ਲੱਗਾ ਸਾਡੇ ਬੰਦੇ ਨੇ ਕੋਈ ਇਹੋ ਜਿਹੀ ਵਧੀਕੀ ਕੀਤੀ ਤੇ ਉਹਦਾ ਵੀ ਉਹੀ ਅਸਰ ਹੋਊਗਾ ਜੋ ਸਾਡੇ ਕਾਇਦੇ ਕਾਨੂੰਨ ਨੇ। ਹਾਂਜੀ, ਮਰਦ ਦੀ ਫਿਰ ਉੱਥੇ ਪ੍ਰਧਾਨਗੀ ਹੈ ਨਾ, ਥੋੜਾ ਹੋਰ ਸਮਾਂ ਲੱਗੇਗਾ। ਚਲੋ ਐਨੀਵੇ ਆਪਾਂ ਵਾਪਸ ਮੁੜੀਏ ਵੌਇਸ ਆਫ ਸਿਟੀ 1320 AM ਤੇ। ਉਦੋਂ ਠਾਕਰੇ ਦੇ ਥੱਪੜ ਮਾਰਨ ਦੀ ਬਾਤ ਪਾਉਣ ਵਾਲਾ ਭਾਜਪਾ ਮੰਤਰੀ, ਹੁਣ ਤੁਹਾਨੂੰ ਦੱਸਿਆ ਸੀ ਨਾ ਆਪਾਂ, ਕਿਹਾ ਇਹ ਗੱਲ ਵੀ ਉਹਨੇ ਸਫਾਈਆਂ ਦੇਣੀਆਂ, ਉਹ ਮੈਂ ਇੰਜ ਨਹੀਂ, ਮੈਂ ਉਂਝ ਕਿਹਾ ਸੀ। ਮੇਰਾ ਕਹਿਣ ਤੋਂ ਭਾਵ ਜਿਵੇਂ ਗੁਰਦਾਸ ਮਾਨ ਸਫਾਈਆਂ ਦੇ ਰਿਹਾ, ਚਲੋ ਉਹਦਾ ਨਾਮ ਆ ਗੁਰਦਾਸ ਮਾਨ ਕਹਿਣਾ ਪੈਣਾ, ਸਾਰੀ ਕੌਮ ਦੇ ਖਲੋ ਕੇ ਸ਼ਰੇਆਮ ਇੱਕ ਉਸ, ਮੈਂ ਹੁਣ ਕੀ ਲਫ਼ਜ਼ ਕਹਾਂ, ਕਿ ਜਿਹੜਾ ਚਿਲਮਾ ਪੀਣ ਵਾਲਾ, ਲੋਕਾਂ ਨੂੰ ਗਾਲਾਂ ਕੱਢਣ ਵਾਲਾ, ਉਹਦੀ ਸਿਫਤਾਂ ਕਰਕੇ ਤੇ ਉਸ ਵੰਸ਼ ਦੇ ਨਾਲ ਜੁੜ ਗਿਆ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਾਲ। ਹੁਣ ਤੇ ਉੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਤੁਸੀਂ ਜਾਣਦੇ ਹੋ, ਆਪਾਂ ਉਸ ਏਰੀਏ ਦੇ ਰਹਿਣ ਵਾਲੇ ਆ, ਉੱਥੇ ਤਾਂ ਭੱਲੇ ਹੈਗੇ ਨੇ ਹੋਰ ਵੀ, ਜੀ 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 ਭੱਲੇ ਹੈਗੇ ਨੇ, ਭੱਲਿਆਂ ਦੇ ਉੱਥੇ ਕਾਰੋਬਾਰ ਨੇ। ਕਿਸੇ ਦਾ ਭੱਲਾ ਕਰਿਆਨਾ ਮਰਚੈਂਟ ਆ, ਭੱਲਾ ਰੈਸਟੋਰੈਂਟ ਆ, ਭੱਲਾ ਸਟੋਰ ਆ, ਭੱਲਾ ਭਾਂਡਾ ਭੰਡਾਰ ਆ, ਭੰਡਾ ਆਹ ਵਾ, ਭੱਲਾ ਉਹ ਵਾ। ਕੀ ਉਹ ਗੁਰੂ ਅਮਰਦਾਸ ਜੀ ਦੀ ਅੰਸ਼ ਵੰਸ਼ ਵਿੱਚੋਂ ਨੇ? ਗੋਤ ਹੋਣੀ ਚਾਵਲੇ ਕਈ 50 ਤੁਰੇ ਫਿਰਦੇ ਚਾਵਲੇ, ਹਾਂਜੀ, ਰੰਧਾਵੇ ਕਈ ਤੁਰੇ ਫਿਰਦੇ ਨੇ, ਬਰਾੜ ਕਈ ਤੁਰੇ ਫਿਰਦੇ ਨੇ, ਸੋਢੀ ਕਈ ਤੁਰੇ ਫਿਰਦੇ ਨੇ। ਕੀ ਉਹ ਗੁਰੂ ਦੀ ਅੰਸ਼ ਵਿੱਚੋਂ? ਵੇਖਣ ਵਾਲੀ ਗੱਲ ਤੇ ਇਹ ਹੈ ਵੀ ਜਿਸ ਤਰੀਕੇ ਨਾਲ ਕਈ ਸਾਰੀ ਕੌਮ ਦੇ ਚਪੇੜਾ ਮਾਰ ਗਿਆ ਇਹ, ਸਿਰਫ ਅਤੇ ਸਿਰਫ ਵੀ ਮੈਨੂੰ ਉਹ ਕਿਤੇ ਗੱਦੀ ਮਿਲ ਜਾਵੇ ਉੱਥੇ। ਕਿਉਂ ਨਹੀਂ ਪਰਚਾ ਦਰਜ ਹੋਇਆ ਇਹਦੇ ਤੇ? ਝਗੜਾ ਗੱਦੀ ਦਾ ਜੀ, ਬਸ ਕਿਉਂ ਨਹੀਂ ਪਰਚਾ ਦਰਜ ਹੋਇਆ? ਜਾਂ ਗੱਦੀ ਦਾ, ਤੇ ਜਾਂ ਫਿਰ ਇਹ ਹੈ ਕਿ ਭਗਵੰਤ ਮਾਨ MP ਬਣ ਗਿਆ ਤੇ ਇੱਕ ਡੇਰੇ ਦਾ ਮੁਖੀ ਬਣ ਕੇ ਹੰਸਰਾਜ ਹੰਸ ਬਣ ਗਿਆ। ਮੇਰੀ ਕਿਉਂ ਨਹੀਂ ਆਉਂਦੀ ਵਾਰੀ? ਮੈਂ ਕਿੰਨਾ ਕੁ ਗਿਰਾਂ ਹੁਣ, ਇਹ ਤੋਂ ਵੱਧ ਹੋਰ ਕੀ ਗਿਰਨਾ? ਗੁਰੂ ਅਮਰਦਾਸ ਮਹਾਰਾਜ ਦੀ ਉਹ ਇੱਕ ਸੁਲਫੇ ਪੀਣ ਵਾਲੇ ਦੇ ਨਾਲ ਉਹ ਹੋਊਗਾ ਕਰਨੀ ਵਾਲਾ, ਹੀ ਨਹੀਂ ਕਹਿੰਦੇ ਕੁਝ ਵੀ ਹੋਊਗਾ, ਪਰ ਸਾਡੇ ਗੁਰੂ ਤੋਂ ਉੱਤੇ ਨਹੀਂ। ਸਾਡਾ ਗੁਰੂ ਸੱਚੀ ਸਰਕਾਰ ਹੈ, ਗੁਰੂ ਅਮਰਦਾਸ ਮਹਾਰਾਜ, ਗੁਰੂ ਨਾਨਕ ਦੇਵ ਦਾ ਦਰ, ਉਹ ਸੱਚ ਸਭ ਤੋਂ ਉੱਚਾ, ਸਾਡੇ ਵਾਸਤੇ ਉੱਚਾ ਹੈ। ਉੱਚਾ ਦਰ ਬਾਬੇ ਨਾਨਕ ਦਾ, ਆਪੇ ਹੀ ਤੂੰ ਬੋਲਿਆ, ਮੈਂ ਸ਼ੋਭਾ ਸੁਣ ਕੇ ਆਇਆ, ਆਪੇ ਤਾਂ ਬੋਲਿਆ ਨਾ ਉੱਚਾ ਦਰ ਬਾਬੇ ਨਾਨਕ ਦਾ। ਉੱਚੇ ਦਰ ਬਾਬੇ ਨਾਨਕ ਦੀ ਤੀਜੀ ਪੀੜ੍ਹੀ ਆ ਉਹ,
ਤੇ ਪੀੜੀ ਮਿਲੀ ਕਿਵੇਂ? ਉਹਨੇ ਸਿੱਖੀ ਕਮਾਈ। ਜੇ ਸਿੱਖੀ ਲੱਭਣੀ ਹੈ ਤੇ ਗੁਰੂ ਅਮਰਦਾਸ ਸਿੱਖ ਹੈ, ਸਿੱਖਾਂ ਦੇ ਵਿੱਚ ਲੱਭ ਕੇ ਵੇਖੋ ਸਿੱਖ ਤੁਸੀਂ ਕਿੰਨੀ ਸਿੱਖੀ ਕਮਾਈ ਉਹਨੇ। ਜੀ 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 ਤੇ ਛੋਟਾ ਕਿੱਥੇ ਮਾਰਦਾ ਸਿੱਖੀ ਦੇ ਧੁਰੇ ਦੇ ਉੱਤੇ। ਇੱਥੇ ਕੋਈ ਇਹਦੇ ਐਕਸ਼ਨ ਨਹੀਂ ਹੋਇਆ, ਚਲੋ ਮਾਫੀ ਮੰਗੀ। ਪਰ ਆਹ ਦੇਖੋ ਉद्धਵ ਠਾਕਰੇ ਥੱਪੜ ਮਾਰਦੀ ਸਿਰਫ ਗੱਲ ਕਰਨ ਵਾਲਾ ਭਾਜਪਾ ਮੰਤਰੀ ਰਾਣੇ ਹੁਣ ਸਫਾਈਆਂ ਦੇਣ ਲੱਗਾ। ਕੀ ਕਹਿਣਾ ਚਾਹੋਗੇ? ਦੇਖੋ ਜਿੱਤੋਂ ਘਰਾਣੇ ਦੀ ਗੱਲ ਸਫਾਈ ਦੇਤੀ ਉਹਨੇ ਆਪਣੀ ਗੱਲ ਕਰਤੀ, ਲੇਕਿਨ ਹੁਣ ਫਿਰ ਭੱਜ ਗਿਆ। ਉਹ ਕਹਿੰਦਾ ਮੈਂ ਜੋ ਕਿ ਠੀਕ ਹੈ, ਮੈਂ ਕੁਝ ਗਲਤ ਨਹੀਂ ਕਿਹਾ। ਈਵਨ ਇੱਥੋਂ ਤੱਕ ਕਿ ਕੋਰਟ ਨੇ ਵੀ ਕਹਿ ਦਿੱਤਾ, ਸੁਪਰੀਮ ਕੋਰਟ ਨੇ, ਕਿ ਉਹਨੂੰ ਹਿਰਾਸਤ ਲੈਣਾ ਪਰਚਾ ਦਰਜ ਕਰਨਾ ਠੀਕ ਸੀ ਕਰਤਾ ਤੁਸੀਂ, ਉਹਨੂੰ ਹਿਰਾਸਤ ਲੈਣਾ ਜ਼ਰੂਰੀ ਨਹੀਂ ਸੀਗਾ। ਕਿਉਂਕਿ ਪਿੱਛੇ ਜੇ ਰਮੰਨਾ ਸਾਹਿਬ ਜਿਹੜੇ ਚੀਫ ਜਸਟਿਸ ਉਹਨਾਂ ਨੇ ਵੀ ਨਹੀਂ ਗੱਲ ਕਹੀ ਆ ਕਿ ਤੁਸੀਂ ਬੰਦਾ ਚੁੱਕਦੇ ਹੋ ਜਾ ਕੇ ਛਿਲ ਦਿੰਦੇ ਹੋ, ਜਿਹੜੇ ਬੰਦੇ ਕੋਲ ਕੋਈ ਬਰਾਮਦੀ ਨਹੀਂ ਕਰਨੀ ਤੁਸੀਂ ਆਪਣੀ ਰਿਪੋਰਟ ਦੇ ਦਿਓ ਅਦਾਲਤ ਨੂੰ ਕਿ ਇਹ ਬੰਦੇ ਨੇ ਇਹ ਦੋਸ਼ ਕਾਇਮ ਕੀਤਾ ਜੀ, ਕੋਈ ਗੱਲ ਨਹੀਂ, ਕਿਉਂ ਲਿਆ ਕੇ ਤੁਸੀਂ ਨੂੰ ਥਾਣੇ ਬੰਦ ਕਰ ਦਿੰਦੇ ਹੋ? ਇਹ ਬਕਾਇਦਾ ਤੌਰ ਤੇ ਚੀਫ ਜਸਟਿਸ ਦੀ ਆਪਣੇ ਵਾਈਡਿੰਗ ਸੀ। ਉਹਨਾਂ ਸ਼ਾਇਦ ਮੈਨੂੰ ਯਾਦ ਨਹੀਂ ਪੂਰਾ, ਉਹਨਾਂ ਕੋਈ ਸ਼ਾਇਦ ਜੱਜਮੈਂਟ ਵੀ ਦਿੱਤੀ ਆਪਣੀ, ਇਹੋ ਜਿਹੀ ਹਰਕਤ ਨਾ ਕੀਤੀ ਜਾਵੇ। ਹੁਣ ਕੀ ਹੋਊਗਾ? ਇਸ ਚੀਜ਼ ਦਾ ਅਮੀਰ ਖਾਦਾ ਰਹਿਣਗੇ, ਗਰੀਬ ਰਗੜੇ ਜਾਣਗੇ। ਅਮੀਰਾਂ ਨੂੰ ਕਹਿੰਦੇ ਸੁਪਰੀਮ ਕੋਰਟ ਦੇ ਹੁਕਮ ਤੇ ਗਰੀਬਾਂ ਨੂੰ ਕਹਿਣਾ ਜੀ ਕੋਈ ਪੁੱਛ ਪੜਤਾਲ ਕਰਨੀ। ਬਿਲਕੁਲ ਸਹੀ ਗੱਲ। ਹੁਣ ਉਹ ਕਹਿੰਦਾ ਜੀ ਮੈਂ ਜੋ ਕਿਹਾ ਠੀਕ ਕਿਹਾ, ਮੈਂ ਮੁੱਕਰਦਾ ਨਹੀਂ, ਮੈਂ ਗੱਲ ਨਹੀਂ ਕੀਤੀ। ਲੇਕਿਨ ਇਸ ਵਿਅਕਤੀ ਨੇ ਵੀ ਇੱਕ ਐਮਏ ਦੇ ਤੇ ਕਿਹਾ ਸੀ ਮੈਂ ਉਹਦਾ ਤਾਂ ਚਪੇੜ ਮਾਰਦਾ। ਜੇ ਮੇਰੇ ਤੇ ਪਰਚਾ ਦਰਜ ਕੀਤਾ ਫਿਰ ਉਦੋਂ ਠਾਕ ਦੇ ਪਰਚਾ ਕੋਈ ਦਰਜ ਕੀਤਾ, ਤੁਸੀਂ ਉਹ ਵੀ ਦਰਜ ਕਰੋ। ਲੇਕਿਨ ਉਹਨੂੰ ਜਿਹੜੀ ਸ਼ੈਲਟਰ ਦਿੱਤੀ ਆ ਅਦਾਲਤ ਨੇ ਦਿੱਤੀ ਆ, ਪਹਿਲੀ ਅਦਾਲਤ 'ਚ ਗਿਆ ਤਾਂ ਉਹਨੂੰ ਬੇਲ ਦੇਣ ਤੋਂ ਇਨਕਾਰ ਕਰਤਾ ਤੇ ਰਾਤ ਨੂੰ 11 ਵਜੇ ਅਦਾਲਤ ਖੁਲਾ ਕੇ ਤੇ ਉਹਨੂੰ ਬੇਲ ਦਿੱਤੀ ਗਈ। ਇਹ ਹੁਣ ਦੱਸੋ ਸਾਡਾ ਕਾਨੂੰਨ ਮੂੰਗ ਦਾ ਨੱਕ ਨਹੀਂ ਤੇ ਕੀ ਹੋ? ਜਿਸ ਮੇ ਸਿਆਣੀ ਰਾਤ ਦੇ 12 ਵਜੇ ਰਿਹਾ ਹੋ ਸਕਦਾ ਤੇ ਇਹ ਕੀ ਹੈ? ਬਿਲਕੁਲ ਚਲੋ ਬਿਲਕੁਲ, ਇਹ ਤੇ ਫਿਰ ਕੇਂਦਰੀ ਮੰਤਰੀ ਆ। 2005 ਦੇ ਵਿੱਚ ਤੂੰ ਕਾਂਗਰਸ 'ਚ ਕਿਉਂ? 2006-7 ਤੂੰ ਗਲਤੀ ਕੀਤੀ, ਮੁੜ ਕੇ 2008 ਜਾ ਕੇ ਮਾਫੀ ਮੰਗੀ, ਜਾ ਕੇ ਤੂੰ ਪੈਰੀ ਪਾ ਕੇ ਸੋਨੀਆ ਗਾਂਧੀ ਨੂੰ ਮਾਫ ਕਰ ਦਿਓ ਜੀ। 2019 ਤੂੰ ਕਾਂਗਰਸ ਬੀਜੇਪੀ 'ਚ ਕਿਉਂ ਇਲੈਕਸ਼ਨ ਲੜੀ, ਐਮਪੀ ਬਣ ਗਿਆ ਤੇ ਤੂੰ ਮਿਨਿਸਟਰ ਬਣ ਗਿਓ। ਹੈ ਤਾਂ ਕਬੱਡੀ ਚੋਰੀ ਹੈ ਨਾ। ਕੀ ਕਿਹਾ ਸੀ ਉਹਨਾਂ ਲੋਕਾਂ ਨੇ? ਕਬੱਡੀ ਇਹਨੂੰ ਕਹਿੰਦੇ, ਆਪਣੀ ਕਬੱਡੀ ਕਹਿੰਦੇ ਮੁਰਗੀ ਨੂੰ। ਉਹਨੇ ਕਿਹਾ ਸੀ ਕਬੱਡੀ ਚੋਰ ਆ, ਮੁਰਗੀ ਚੋਰ ਹੈ। ਅੱਛਾ, ਕਿਉਂਕਿ ਮੁਰਗੀ ਖਾਨਾ ਤਾਂ ਕਿਤੇ ਪੁਰਾਣਾ ਹੁੰਦਾ ਸੀਗਾ, ਉਹ ਲੋਕ ਕਹਿੰਦੇ ਕਈ ਜਾਣਦੇ, ਉਹ ਅਖਬਾਰਾਂ ਨਹੀਂ ਛਾਪੇ ਸੀ, ਮੈਂ ਆਪਣੇ ਕੋਲ ਨਹੀਂ ਕਹਿ ਰਿਹਾ। ਤੁਸੀਂ ਪੰਜਾਬ ਦੀ ਜਗਬਾਣੀ ਅਖਬਾਰ ਪੜ੍ਹੋ, ਬਕਾਇਆ ਤੌਰ ਤੇ ਲਿਖਿਆ ਸੀ ਕਿ ਉਹਦਾ ਨਿਕਲ ਕਬੱਡੀ ਚੋਰ ਹੈ। ਜਿਹੜੇ ਉੱਥੇ ਗਏ ਸੀ ਸ਼ਿਵ ਸੈਨਾ ਹਮਲਾ ਕਰੋ ਨਾ, ਕਿਹਾ ਸੀ ਬਕਾਇਆ ਤੌਰ ਤੇ ਜਾਣਦੇ ਸੀ, ਪੁਰਾਣਾ ਨਾਲ ਰਿਹਾ ਸੀ ਉਹਨਾਂ ਦੇ ਕਿ ਕੀ ਕੁਝ ਕੀਤਾ ਇਹਨੇ। ਇਸ ਕਰਕੇ ਉਹ ਅੱਜ ਵੀ ਆਪਣੇ ਬਿਆਨ ਤੇ ਕਾਇਮ ਆ। ਜਦੋਂ ਉਹਨੂੰ ਛੂਟ ਮਿਲ ਗਈ ਆ, ਬੇਲ ਮਿਲ ਗਈ ਆ, ਸਭ ਕੁਝ ਮਿਲ ਗਈ, ਕਹਿੰਦਾ ਮੈਂ ਜੋ ਕਿਹਾ ਠੀਕ ਕਿਹਾ, ਜੋ ਕਰਨਾ ਕਰ ਲਓ। ਜੋ ਕਰਨਾ ਕਰ ਲਓ, ਚਲੋ ਠੀਕ ਹੈ। ਐਨੀਵੇ ਨਾ ਉਦੋਂ ਕੋਈ ਫੋਨ ਫਾਨ ਵੀ ਆ ਜਾਂਦੇ ਨਾ ਉਸ ਸਮੇਂ ਦਰਮਿਆਨ, ਕੋਈ ਗੱਲ ਨਹੀਂ, ਆਪਾਂ ਤੇਰੇ ਨਾਲ ਆ, ਕਿਹੜੀ ਗੱਲ ਆ, ਕੁਛ ਨਹੀਂ ਹੁੰਦਾ। ਬਿਲਕੁਲ ਬਿਲਕੁਲ। ਸੋ ਸਭਨਾ ਸੌਰੀ ਵੰਜਣਾ ਸਭ ਮੁਕਲਾਵਣ ਹਾਰ। ਸਿੱਖ ਚਿੰਤਕ ਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਔਰਨੀ ਸਕੱਤਰ ਭਾਗ ਸਿੰਘ ਅਣਖੀ ਮਿਲੇ ਤਾਂ ਨਹੀਂ, ਸੁਣਿਆ ਪੜ੍ਹਿਆ ਬੜਾ, ਤੁਹਾਡੀ ਜ਼ੁਬਾਨੀ ਵੀ ਬੜਾ ਸੁਣਿਆ। ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਸ਼ਰਧਾਂਜਲੀ ਅਰਪਣ ਕਰਦੇ ਹਾਂ ਜੀ। ਉਹਨਾਂ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਸੇਵਾਵਾਂ ਹੋਣਗੀਆਂ ਚੀਫ ਖਾਲਸਾ ਦੀਵਾਨ ਦੇ ਵਾਸਤੇ, ਇਸ ਆਨਰੀ ਸਕੱਤਰ ਨੇ ਜੋ ਭਾਗ ਸਿੰਘ ਅਣਖੀ ਉਹਨਾਂ ਨਿਭਾਈਆਂ ਹੋਣਗੀਆਂ। ਕੀ ਕਹਿਣਾ ਚਾਹੋਗੇ? ਭਾਗ ਸਿੰਘ ਅਣਖੀ ਦਾ ਪੰਥਕ ਸੰਸਥਾਵਾਂ ਦੇ ਵਿੱਚ ਕੋਈ ਥੋੜਾ ਨਹੀਂ, ਕਰੀਬ 40-50 ਸਾਲ ਦਾ ਸਫ਼ਰ ਰਿਹਾ। ਬਟ ਸਾਹਿਬ ਇੱਕ ਕਾਲ ਲੈ ਲਈਏ। ਨੋ ਜੀ ਓਕੇ, ਸਾਡੇ ਕੋਲ ਸਮਾਂ ਵੀ ਥੋੜਾ 5 ਮਿੰਟ ਨੇ, 4 ਮਿੰਟ ਰਹਿ ਗਏ। ਹਾਂਜੀ ਵੈਲਕਮ ਜੀ। ਹੈਲੋ ਕਾਲਰ। ਚਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁਇਕਲੀ ਕੀ ਕਹਿਣਾ ਚਾਹੋਗੇ ਜੀ? ਕੁਇਕਲੀ ਇਹੀ ਹੈ ਕਿ ਜਿਹੜਾ ਰਾਣੇ ਦਾ ਤੇ ਉਹਦਾ ਚੀਫ ਮਿਨਿਸਟਰ ਦਾ ਝਗੜਾ ਚੱਲਿਆ ਹੈ, ਇਹ ਬੀਜੇਪੀ ਵਰਸਸ ਇਹ ਹੈ ਕਿ ਪਰਸਨਲ ਹੈ ਇਹਨਾਂ ਦੀ ਆਪਸ ਦੇ ਵਿੱਚ, ਕਿਉਂਕਿ 30-35 ਸਾਲ ਉਹਦੇ ਵਿੱਚ ਹੀ ਰਿਹਾ ਹੈ ਜੀ। ਹਾਂਜੀ ਪਾਟੀ ਸਾਹਿਬ, ਆਪਾਂ ਜੀ ਉਹ ਗਲਤ ਕਰ ਦਿੱਤੀ, ਪਹਿਲੇ ਕਹਿ ਦਿੱਤਾ ਨਹੀਂ ਗੱਲ।
ਵੀ ਸ਼ਿਵ ਸੈਨਾ ਨੇ ਹਮਲਾ ਕੀਤਾ ਤੇ ਉਹਨੂੰ ਕਬੱਡੀ ਚੋਰ ਕਿਹਾ ਸੀ, ਕਿਉਂਕਿ ਉਹ ਪਹਿਲਾਂ ਸਾਰੇ ਜਾਣਦੇ ਸੀ ਇਕੱਠੇ ਰਹੇ ਨੇ। ਉਹਦਾ ਬਦਲਾ ਲੈ ਰਿਹਾ ਉਹ। ਚਲੋ ਭਗਤ ਸਿੰਘ ਅਣਖੀ ਹੋਣ ਤੋਂ ਬਾਅਦ, ਉਸ ਤੋਂ ਬਾਅਦ ਅਕਾਲੀ ਸੇਵਾ ਸਿੰਘ ਸੇਖਵਾਂ ਪੜ੍ਹ ਸਕਦੇ ਨੇ ਝਾੜੂ, ਉਹਦੇ ਬਾਰੇ ਤੁਹਾਡੇ ਕੋਲ 4 ਮਿੰਟ ਨੇ ਪਟਿਆ ਸਾਹਿਬ, ਪਲੀਜ਼ ਵਾਈਂਡ ਅਪ ਕਰਨਾ। ਦੇਖੋ ਜੀ, ਭਗਤ ਸਿੰਘ ਅਣਖੀ ਹੋਰਾਂ ਦਾ ਜਿਹੜਾ ਉਹ ਨਾ ਪੂਰਾ ਹੋਣ ਵਾਲਾ ਕੱਟਿਆ ਪਿਆ, ਉਹ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਸਮਰਪਿਤ ਜੀ। ਉਹਨਾਂ ਨੇ ਅੱਧੀ ਸਦੀ ਲਗਭਗ ਜਿਹੜੀਆਂ ਸਿੱਖ ਸੰਸਥਾਵਾਂ 'ਚ ਕੰਮ ਕੀਤਾ ਵਾ। ਇਹ ਮੈਂ ਨਹੀਂ ਕਹਿੰਦਾ ਕਿ ਪੂਰੀ ਇਮਾਨਦਾਰੀ ਨਾਲ ਕੀਤਾ, ਉਹ ਕਿਤੇ ਕਿਤੇ ਗਲਤੀ ਬੰਦੇ ਕੋਲ ਕੋਈ ਨਾ ਕੋਈ ਹੋ ਜਾਂਦੀ, ਹੋਈ ਹੋਊਗੀ, ਮੈਂ ਇਹ ਦਾਵਾ ਨਹੀਂ ਕਰਦਾ, ਲੇਕਿਨ ਫਿਰ ਵੀ ਉਹਨਾਂ ਦੀ ਬੜੀ ਵੱਡੀ ਦੇਣ ਹੈ। ਚੀਫ ਖਾਲਸਾ ਦੀਵਾਨ ਨੂੰ ਜਦੋਂ ਉਸਾਰਿਆ ਗਿਆ ਸੀ, ਇਹਦਾ ਮੁੱਖ ਦਫ਼ਤਰ ਉਸਾਰਿਆ ਗਿਆ ਸੀ, ਤੇ ਇਹਨਾਂ ਨੂੰ ਪਤਾ ਹੁੰਦਾ ਸੀ ਕਿਹੜੀ ਇੱਕ ਟੇਢੀ ਲੱਗੀ ਹੈ ਤੇ ਕਿਹੜੀ ਸਿੱਧੀ ਲੱਗੀ। ਉਦੋਂ ਸਿੱਖੀ ਬੜੀ, ਉਦੋਂ ਮਜ਼ਦੂਰਾਂ ਦੇ ਕੋਲ ਬਹਿ ਕੇ ਕੰਮ ਕਰਾਉਣਾ, ਉਦੋਂ ਸਿੱਖੀ ਅੰਦਰ ਸੀ ਨਾ ਜੀ। ਹੌਲਾ ਹੌਲਾ ਹੁਣ ਸਮਾਂ ਬਦਲਿਆ ਤੇ ਫਿਰ ਥੋੜੀ ਜਿਹੀ ਸਿੱਖੀ ਵੀ ਬਦਲੀ ਆ। ਚੀਫ ਖਾਲਸਾ ਦੀਵਾਨ ਦੇ ਵਿੱਚ ਇਹ ਆਨਰੀ ਸਕੱਤਰ ਰਹੇ, ਕੋਸ਼ਿਸ਼ ਹੁੰਦੀ ਵੀ ਨਹੀਂ ਯਾਰ ਨੁਕਸਾਨ ਦਾ, ਦੀਵਾਨ ਦਾ ਨੁਕਸਾਨ ਨਾ ਹੋਵੇ, ਇਹਦਾ ਫਾਇਦਾ ਹੋਣਾ ਚਾਹੀਦਾ। ਕਈ ਸਕੂਲ ਖੋਲੇ, ਕਈ ਕਾਲਜ ਖੋਲੇ, ਹਸਪੀਟਲ ਖੋਲਿਆ, ਬੜੇ ਕੰਮ ਕੀਤੇ ਇਹਨਾਂ। ਖਾਲਸਾ ਕਾਲਜ ਦੇ ਵਿੱਚ ਵੀ ਆਨਰੀ ਸੈਕਟਰੀ ਰਹੇ, ਉੱਥੋਂ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਸੀਗੇ, ਬਕਾਇਦ ਉੱਤੇ ਐਗਜ਼ੈਕਟਿਵ 'ਚ ਵੀ ਰਹੇ, ਉੱਥੇ ਮੈਨੇਜਮੈਂਟ 'ਚ ਵੀ ਰਹੇ, ਇਹਨਾਂ ਦੇ ਕਾਫੀ ਕੰਮ ਕੀਤਾ। ਇਹਨਾਂ ਨੂੰ ਕਹਿੰਦੇ ਪੁਣਛੀਆ, ਫਿਰ ਉਹੀ ਗੱਲ ਫਿਰ ਉੱਥੇ ਆਉਂਦੀ ਆ, ਜਿਹੜੇ ਸਾਡੇ ਆਮ ਤੌਰ ਤੇ ਦੋ ਜਿਹੜੇ ਸੀ ਫਿਰ ਕਹਿੰਦੇ ਪੁਣਛੀਆ ਪਾਪਾ ਹੀ। ਜਦੋਂ ਕਿਤੇ ਮਾੜੀ ਮੋਟੀ ਗਲਤੀ ਇਹਨਾਂ ਨੇ ਪੁਣਛੀਆ ਪਾਪਾ ਨੇ ਗਲਤੀ ਕਰ ਲਈ, ਨਹੀਂ ਕੋਈ ਗੱਲ, ਲੇਕਿਨ ਫਿਰ ਵੀ ਉਹਨਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। 50 ਸਾਲ ਆਪਣੀ ਜ਼ਿੰਦਗੀ ਦੇ ਲੇਖੇ ਲਾਉਣੇ, ਤੇ ਜਿਹੜਾ ਚੀਜ਼ ਅੱਜ ਯਤੀਮਖਾਨਾ ਵਾ, ਜਿੰਨੀ ਡਿਵੈਲਪਮੈਂਟ ਹੋਈ ਆ ਉਹ ਅਣਖੀ ਸਾਹਿਬ ਦੇ ਸਮੇਂ ਤੇ ਹੋਈ ਜੀ। ਆਪਣੇ ਰਿਸ਼ਤੇਦਾਰਾਂ ਕੋਲ ਪੈਸੇ ਲੈ ਕੇ ਕਹਿਣਾ ਵੀ ਤੇਰੇ ਕੋਈ ਇੰਨੇ ਪੈਸੇ ਲੈਣੇ ਆ, ਕਮਰਾ ਬਣਾਉਣੀ ਆ, ਤੇਰਾ ਨਾਂ ਲਿਖਣਾ, ਉੱਤੇ ਕਮਰਾ ਬਣਾ ਦਿੱਤਾ। ਉੱਥੇ ਬੱਚਿਆਂ ਦੀ ਗਿਣਤੀ ਵਧੀ, ਸਾਰੀ ਉਮਰ ਆਪਣੀ ਲੇਖੇ ਇਸ ਲਾਤੀ, ਲੇਕਿਨ ਕੱਲ ਉਸ ਦੁਨੀਆ ਤੋਂ ਚਲੇ ਗਏ, ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਿਛਲੇ ਸਮੇਂ ਤੇ ਬਿਮਾਰ ਸਨ, ਉਹਨਾਂ ਦੇ ਬੱਚੇ ਵੀ ਮੇਰੇ ਖਿਆਲ ਕੈਨੇਡਾ ਦੇ ਵਿੱਚ ਰਹਿੰਦੇ ਨੇ, ਜਿਹਦੇ ਕਰਕੇ ਉਹਨਾਂ ਦੀ, ਮੈਂ ਸੋਚਦਾ ਵੀ ਸ਼ਾਇਦ ਪੂਰੀ ਉਹਨਾਂ ਦਾ ਇਲਾਜ ਨਾ ਹੋ ਸਕਿਆ ਹੋਵੇ, ਲੇਕਿਨ ਫਿਰ ਵੀ ਉਹਨੇ ਸਵਾਵਾਂ ਨੂੰ ਨਿਕਲਿਆ ਜਾ ਸਕਦਾ। ਚਲੋ ਆਖਰ ਦੇ ਵਿੱਚ ਅਰਦਾਸ ਤਾਂ ਇਹੀ ਹੁੰਦੀ ਹੈ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਸਾਡੇ ਵੱਲੋਂ ਸ਼ਰਧਾਂਜਲੀ ਅਰਪਣ ਕਰਦੇ ਹਾਂ ਜੀ, ਜੋ ਵੀ ਉਹਨਾਂ ਦੀ ਦੇਣ ਹੈ। ਬੰਦਾ ਜਦੋਂ ਚੱਲਦਾ ਹੈ ਤੇ ਉਹ ਡਿੱਗਦਾ ਵੀ ਹੈ ਤੇ ਗਲਤੀਆਂ ਵੀ ਕਰਦਾ, ਜੋ ਕਿਤੋਂ ਕੰਮ ਕਰਨਾ ਹੋਵੇ ਸਾਡੇ ਕੋਲ ਵੀ ਹੁੰਦੀਆਂ ਨੇ। ਸੇਵਾ ਸਿੰਘ ਸੇਖਵਾਂ ਹੁਣੀ ਝਾੜੂ ਫੜਨ ਲੱਗੇ ਨੇ, 2 ਮਿੰਟ ਨੇ। ਬਿਲਕੁਲ 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 ਫੜਨ ਲੱਗੇ। ਜਿੱਥੋਂ ਤੱਕ ਸਰਦਾਰ ਸੇਵਾ ਸਿੰਘ ਦੀ ਸੇਖਵਾਂ ਦੀ ਗੱਲ ਹੈ, ਇਹਨਾਂ ਦੇ ਫਾਦਰ ਬਾਪੂ ਉਜਾਗਰ ਸਿੰਘ ਸੇਖਵਾਂ ਦਿੱਲੀ ਜੇਲ੍ਹ ਉਹਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੀ ਨਾਮ ਜੀ, ਬੜਾ ਵੱਡਾ ਨਾਮ। ਉਹਨਾਂ ਨੇ ਪੰਥ ਤੇ ਗੁਰੂ ਗ੍ਰੰਥ ਦੇ ਸੇਵਾ 'ਚ ਬੜਾ ਕੰਮ ਕੀਤਾ। ਈਵਨ ਇੱਥੋਂ ਤੱਕ ਕਈ ਸਾਲ ਉਹ ਆਪਣੇ ਘਰ ਨਹੀਂ ਗਏ, ਮੋਰਚੇ ਲੱਗਦੇ ਸੀ, ਇੱਥੇ ਹੀ ਦੀਵਾਨ ਸਾਹਿਬ ਮੰਜੀ ਵਾਲ ਉੱਥੇ ਹੀ ਸੌ ਜਾਣਾ, ਉੱਥੇ ਹੀ ਕੱਪੜੇ ਪਾ ਲੈਣੇ, ਬਦਲਣੇ, ਉੱਥੇ ਧੋ ਲਏ, ਉੱਥੇ ਪਾ ਲੈਣੇ, ਤੇ ਉੱਥੇ ਹੀ ਆਪਣਾ ਕੰਮ ਕਰੀ ਜਾਣਾ। ਏਡੀ ਵੱਡੀ ਕਿਰਪਾਨ ਚ। ਲੇਕਿਨ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਚ ਆਏ ਜ਼ਰੂਰ, ਲੇਕਿਨ ਜੰਮ ਨਹੀਂ ਸਕੇ। ਇੱਕ ਵਾਰੀ ਸਿਰਫ ਮੇਰੇ ਖਿਆਲ ਸ਼ਾਇਦ 22 ਇਲੈਕਸ਼ਨ ਜਿੱਤੇ ਸੀ, ਬਾਕੀ ਇਲੈਕਸ਼ਨ ਤੋਂ ਕੋਈ ਜਿੱਤ ਨਹੀਂ ਸਕੇ। ਸ਼੍ਰੋਮਣੀ ਕਮੇਟੀ ਦੇ 3 ਵਾਰੀ ਕਿ 4 ਵੀ ਮੈਂਬਰ ਜ਼ਰੂਰ ਬਣੇ, ਅੱਜ ਵੀ ਮੈਂਬਰ ਨੇ। ਜਦੋਂ ਇਹਨਾਂ ਨੇ ਬੇਅਦਬੀ ਕਾਂਡ ਦੀ ਗੱਲ ਕੀਤੀ, ਬਗਰਾੜੀ ਦੀ ਗੱਲ ਕੀਤੀ, ਇਹ ਮੁੜ ਕੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰ ਦੇ ਨਾਲ ਛੱਡ ਕੇ ਉਧਰੋਂ ਇਸ ਪਾਸੇ ਆ ਗਏ, ਅਕਾਲੀ ਦਲ ਡੈਮੋਕ੍ਰੇਟਿਕ ਬਣਾ ਲਿਆ। ਮੁੜ ਕੇ ਜਦੋਂ ਢੀਂਡਸਾ ਸਾਹਿਬ ਸੰਯੁਕਤ ਅਕਾਲੀ ਬਣਾਇਆ ਤੇ ਫਿਰ ਉਧਰ ਚਲੇ ਗਏ। ਹੁਣ ਪਿੱਛੇ ਜੇ ਇਹਨਾਂ ਨੇ ਆਪਣਾ ਕੋਈ ਪਿੱਤੇ ਦਾ ਆਪਰੇਸ਼ਨ ਕਰਾਇਆ ਸੀ ਦਿੱਲੀ ਦੇ ਵਿੱਚ, ਉਹਨਾਂ ਦੇ ਆਪਣੇ ਕੇਜਰੀਵਾਲ ਸਾਹਿਬ ਦਾ ਹਸਪੀਟਲ ਆ ਸਰਕਾਰੀ ਕਲੀਨਿਕ, ਉਹਨਾਂ ਨੂੰ ਪਤਾ ਲੱਗਾ ਵੀ ਇੱਕ ਮਹਾਨ ਸ਼ਖਸੀਅਤ ਜਿਹੜੀ ਹੈ, ਵੱਡੇ ਤਕੜੇ ਲੀਡਰ ਨੇ, ਸੇਖਵਾਂ ਸਾਹਿਬ ਸਾਡੇ ਹਸਪੀਟਲ ਜਾਏ ਤੇ ਉਹ ਪਤਾ ਲੈਣ ਚਲੇ ਗਏ ਕਿ ਚਲੋ ਪੁੱਛੀਏ ਕੀ ਹਾਲ ਚਾਲ ਕੀ ਹੈ, ਕੋਈ ਮੇਰੇ ਲਈ ਸੇਵਾ ਦੱਸੋ। ਤੇ ਕੇਜਰੀਵਾਲ ਸਾਹਿਬ ਨੇ ਉੱਥੇ ਫਿਰ ਇਹਨਾਂ ਨੂੰ ਕਿਹਾ ਵੀ ਵੇਖੋ ਜੀ, ਤੁਸੀਂ ਕੰਮ ਹੀ ਕਰਨਾ, ਸਾਡੇ ਨਾਲ ਕਰੋ ਤੁਸੀਂ। ਅੱਜ ਕੇਜਰੀਵਾਲ ਸਾਹਿਬ ਉਹਨਾਂ ਦੇ ਘਰ ਸਪੈਸ਼ਲ ਇਹਨਾਂ ਦੇ ਪਿੰਡ ਆ ਰਹੇ, ਪਿੰਡ ਆ ਕੇ ਉਮੀਦ ਆ ਕਿ ਇਹਨਾਂ ਨੂੰ ਫੜਾਇਆ ਜਾਏਗਾ ਵੀ ਤੁਸੀਂ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਬੜੀ ਸੇਵਾ ਕੀਤੀ, ਉਹ ਵੀ ਕਰੋ, ਸਾਨੂੰ ਇਤਰਾਜ਼ ਕੋਈ ਨਹੀਂ ਹੈਗਾ। ਫੜ ਲਓ ਝਾੜੂ ਫੜ ਲਓ ਤੇ ਬਾਕੀ ਦੀ ਸਫਾਈ ਇਤਨਾ ਕਰ। ਪਰ ਲਾਲੇ ਨੂੰ ਇਹ ਪੁੱਛਿਓ ਕਿ ਦਿੱਲੀ ਦੇ ਵਿੱਚ ਜਿੰਨੇ ਸਿੱਖ ਨੇ ਉਹਨਾਂ ਨੂੰ
ਕੋਈ ਅਹੁਦਾ ਦੇਣ ਦਾ ਤੇਰੇ ਦਿਲ 'ਚ ਖਿਆਲ ਨਹੀਂ ਆਇਆ ਲਾਲਾ ਜੀ? ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੇ ਬਰਫਾਂ ਮਿੱਧ ਕੇ ਸਭ ਤੋਂ ਜ਼ਿਆਦਾ ਯੋਗਦਾਨ ਤੇਰੀ ਪਾਰਟੀ ਨੂੰ ਪਾਇਆ ਲਾਲਾ ਜੀ। ਜਿੰਨੇ ਵੀ ਸਿੱਖ ਸਨ, ਜਰਨੈਲ ਸਿੰਘ ਵਰਗਿਆਂ ਨੂੰ ਬਲਦੀ ਦੇ ਬੂਥੇ 'ਚ ਦੇ ਕੇ ਬਲੀ ਦਾ ਬੱਕਰਾ ਬਣਾ ਕੇ ਜ਼ੀਰੋ ਬਣਾ ਕੇ ਸੁੱਟ ਦਿੱਤਾ, ਤੇ ਜਿਨ੍ਹਾਂ ਨੇ ਚੋਣਾਂ ਜਿੱਤੀਆਂ ਸੀ ਵੱਡੇ ਵੱਡੇ ਹਰਮੀਤ ਸਿੰਘ ਕਾਲਕਾ ਵਰਗਿਆਂ ਨੂੰ ਹਰਾ ਕੇ ਅਕਾਲੀ ਦਲ ਦੇ ਵੱਡੇ ਥੰਮ ਨੂੰ ਤੇਰੀ ਝੋਲੀ 'ਚ ਸੀਟ ਪਾਈ, ਤੈਨੂੰ ਉਹਨਾਂ ਦੀ ਯਾਦ ਨਹੀਂ ਆਈ? ਦਿੱਲੀ ਦੇ ਵਿੱਚ ਹੋਰ ਕਿੰਨੇ ਸੀ ਸਿਰਫ ਅਤੇ ਸਿਰਫ ਵਿਧਵਾ ਕਲੋਨੀ ਦੇ ਉੱਤੇ ਜਾ ਕੇ ਮਗਰਮੱਛ ਦੇ ਅਥਰੂ ਵਹਾਉਣੇ ਯਾਦ? ਸੇਵਾ ਸਿੰਘ ਸੇਖਵਾਂ ਜੀ ਸਵਾਲ ਕਰਿਓ, ਹੋਰ ਵੀ ਬੜੇ ਸਵਾਲ ਨੇ। ਤੇ ਜੇ ਤੁਸੀਂ ਕਿਤੇ ਚੋਣ ਲੜੀ ਆ, ਉਸ ਚੋਣ ਦੇ ਵਿੱਚ ਕਿਤੇ ਪੰਜਾਬ ਦੇ ਪਾਣੀਆਂ ਦਾ ਜ਼ਿਕਰ ਕੀਤਾ ਤਾਂ ਲਾਲਾ ਜੀ ਇੱਥੇ ਜ਼ਿਕਰ ਕਰਕੇ ਹਰਿਆਣਾ ਨਹੀਂ ਟੱਪੇ ਤੇ ਅਗਲੇ ਜਾਂਦਿਆਂ ਘੇਰ ਲਿਆ ਤੇ ਯੂ ਟਰਨ ਮਾਰ ਲਿਆ। ਜੇ ਪੰਜਾਬ ਦੀ ਨੌਜਵਾਨੀ ਦਾ ਇੰਨਾ ਹੀ ਪ੍ਰਵਾਹ ਸੀ ਲਾਲਾ ਜੀ ਨੂੰ, ਤੇ ਜਦੋਂ ਫਿਰ ਸਰਦਾਰ ਕੀ ਕਹੀਏ ਬਿਕਰਮਜੀਤ ਸਿੰਘ ਮਜੀਠੀਆ ਹੋਣਾ ਦੇ ਤੁਸੀਂ ਝੂਠੇ ਐਲੀਗੇਸ਼ਨ ਲਾਏ, ਮਾਫੀ ਮੰਗੇ, ਕਿਉਂ ਮਾਫੀ ਮੰਗੀ? ਭਗਵੰਤ ਮਾਨ ਤੇ ਅੜਿਆ, ਭਗਵੰਤ ਮਾਨ ਨੇ ਕਿਉਂ ਨਹੀਂ ਮਾਫੀ ਮੰਗ ਲਈ? ਇਹਦਾ ਮਤਲਬ ਉਹਦੀਆਂ ਰਲੀਆਂ ਚੁੱਕਦੀਆਂ ਜਾਂ ਤੁਸੀਂ ਝੂਠੇ ਸੀ ਜਾਂ ਉਹ ਝੂਠੇ ਸੀ। ਸਵਾਲ ਬੜੇ ਬਣਦੇ ਨੇ, ਹੋਰ ਵੀ ਕੁਐਸਚਨ ਕਈ ਨੇ। ਸੰਜੇ ਸਿੰਘ ਨੇ ਲਾਇਆ ਸੀ, ਉਹਨੂੰ ਬਰੀ ਕਰਤਾ ਦੱਸ, ਫਿਰ ਬਹੁਤ ਸਵਾਲ ਹੋਰ ਨੇ। ਚਲੋ ਜਾਓ ਸੇਵਾ ਸਿੰਘ ਸੇਖਵਾਂ ਜੀ, ਤੁਹਾਡੀ ਪਾਰਟੀ ਹੈ, ਤੁਹਾਡਾ ਮਨ, ਤੁਹਾਡਾ ਦਿਲ ਕਰਦਾ ਜਿੱਧਰ ਮਰਜ਼ੀ ਜਾਓ, ਪਰ ਸਵਾਲ ਦੇ ਜਵਾਬ ਜ਼ਰੂਰ ਦਿਓ। ਵੇਖ ਲਿਓ ਕਿ ਸਿੱਖੀ ਨੂੰ ਰੋਲਿਆ ਕਿਵੇਂ ਲਾਲਾ ਜੀ ਨੇ, ਦੇਖ ਲਓ। ਤੇ ਦਿੱਲੀ ਦੇ ਵਿੱਚ ਕੋਈ ਮਾੜਾ ਮੋਟਾ ਕੁਝ ਨਹੀਂ ਹੁੰਦਾ ਹੈਗਾ, ਉਹਨਾਂ ਕੋਲ ਪਦਵੀ ਦੇਣੀ ਚਾਹੁੰਦੇ ਦੇ ਨਹੀਂ ਸਕਦੇ ਹੋ। ਇਹਦਾ ਮਤਲਬ ਉਹ ਬੀ ਟੀਮ ਸੀ ਤੇ ਬੀ ਟੀਮ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਕਈ ਵੀਰਾਂ ਨੂੰ ਗੁੱਸਾ ਲੱਗਦਾ, ਸਿੱਧੂ ਕਹਿੰਦੇ ਆਇਆ ਲੱਗੀ ਚੱਲੇ। ਅਸੀਂ ਤੇ ਜਦੋਂ ਪੀਕ ਤੇ ਸੀ ਆਮ ਆਦਮੀ ਪਾਰਟੀ, ਉਦੋਂ ਵੀ ਕਹਿੰਦੇ ਸਾਂ, ਸਾਨੂੰ ਗਾਲਾਂ ਕੱਢਦੇ ਸੀ, ਬੜੀਆਂ ਭੈੜੀਆਂ ਗਾਲਾਂ ਕੱਢਦੇ ਸੀ। ਬਾਅਦ ਚ ਹੁਣ ਉਹੀ ਕਹਿੰਦੇ ਚਾਵਲਾ ਜੀ ਤੁਸੀਂ ਉਦੋਂ ਸਹੀ ਕਹਿੰਦੇ ਸੀ, ਅਸੀਂ ਤੁਹਾਨੂੰ ਗਲਤ ਬੋਲਦੇ ਸੀ। ਅਜੇ ਵੀ ਕੀ ਅੰਧ ਭਗਤ, ਜੇ ਭਾਜਪਾ ਦੇ ਅੰਧ ਭਗਤ ਨੇ ਤੇ ਇਹਨਾਂ ਦੇ ਵੀ ਅੰਧ ਭਗਤ ਹੈਗੇ ਨੇ, ਜਿਹੜੀਆਂ ਅੱਖਾਂ ਤੇ ਖੋਪੇ ਲਾਏ ਨੇ। ਕਈ ਤੇ ਮੇਰੇ ਵਰਗੇ ਫੋਟੋ ਹੀ ਖਿਚਾ ਕੇ ਬੜੇ ਹੁੱਬ ਕੇ ਪਾਉਂਦੇ ਨੇ ਵੀ ਮੇਰੀ ਕੇਜਰੀਵਾਲ ਨਾਲ ਫੋਟੋ ਆ ਗਈ। ਜੀ। ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਸ਼ੁਕਰੀਆ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।